ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਸਵਤੀ ਸਿਮਰਨ ਉਦਦ ਕਵਿਤਾ ਪ੍ਰਦ ਜਿਉ ਇੰਦ ਬਿਗਸਤ ਸਰੋਤਾ ਕਮਦ ਸੋਨਾ ਕੋਕ ਬਿਮੁਖ ਦੁਖ ਦੁੰਦ ਸਰਸਵਤੀ ਸਿਮਰਨ ਉਦਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਗੁਰੂ ਕੀਆਂ ਸੰਗਤਾਂ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਰਹੇ ਹੋ। ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹ ਸੁਣ ਕੇ ਲਾਹੇ ਲੈ ਰਹੇ ਹੋ। ਬੇਅੰਤ ਸੰਗਤਾਂ ਹੀ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਤਿਲ ਫੁੱਲ ਭੇਟਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰਦੀਆਂ ਹਨ। ਆਪਣੇ ਮਨ ਦੇ ਮਨੋਰਥ ਕਾਮਨਾਵਾਂ ਭਾਵਨਾਵਾਂ ਗੁਰੂ ਮਹਾਰਾਜ ਪਾਸੋਂ ਪੂਰਨ ਕਰਦੀਆਂ ਹਨ। ਗੁਰੂ ਕੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਸੋਹਣੇ ਸਿੰਘਾਸਨਾਂ 'ਤੇ ਬਿਰਾਜਮਾਨ ਹੋ ਕੇ ਚਵਲ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਦੇ ਰਹੇ ਹੈ। ਸੋ ਸਾਧ ਸੰਗਤ ਜੀ, ਇਸ ਦੇ ਨਾਲ ਹੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਇਤਿਹਾਸ ਲੜੀਵਾਰ ਰੂਪ ਵਿੱਚ ਕੁਝ ਮਹੀਨਿਆਂ ਤੋਂ ਸਰਵਣ ਕਰਦੇ ਆ ਰਹੇ ਹਾਂ, ਉਸ ਕਥਾ ਦੀ ਕਥਾ ਕਰਨ ਦਾ ਜਿਹੜਾ ਹੈ ਸਮਾਂ ਹੋਇਆ ਹੈ। ਜਿਸ ਤਰ੍ਹਾਂ ਗੁਰੂ ਕੇ ਅਨਿਨ ਸਿੱਖ ਅਡੋਲ ਪਰਮ ਪੂਜਨੀਕ ਦ੍ਰਿੜ ਸਿੱਖ ਭਾਈ ਬਾਲਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੁਣਾਇਆ ਸੀ। ਸ੍ਰੀ ਖਡੂਰ ਸਾਹਿਬ
ਭਾਈ ਪੈੜਾ ਮੋਖਾ ਜੀ ਨੇ ਉਹ ਇਤਿਹਾਸ ਆਪਣੀ ਕਲਮ ਤੋਂ ਬੜੇ ਸੋਹਣੇ ਢੰਗ ਨਾਲ ਲਿਖਿਆ। ਉੱਥੇ ਗੁਰੂ ਅਮਰਦਾਸ ਜੀ ਹੋਰ ਗੁਰੂ ਕੇ ਸਿੱਖ ਜਿਹੜੇ ਸਰਵਣ ਕਰ ਰਹੇ ਸਨ, ਜੋ ਲੰਬਾ ਇਤਿਹਾਸ ਭਾਈ ਬਾਲਾ ਜੀ ਨੇ ਸੁਣਾਇਆ, ਉਸੇ ਦਾ ਹੀ ਉਲੱਥਾ ਚੂੜਾਮਣੀ ਕਵੀ ਨੇ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ, ਜਿਸ ਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਨਾਮ ਦਿੱਤਾ ਗਿਆ, ਜਿਸ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਮਣੀ ਸਿੰਘ ਜੀ ਦੀਆਂ ਸਾਖੀਆਂ ਜੋ ਉਹਨਾਂ ਦੇ ਹੱਥੋਂ ਲਿਖੀਆਂ ਹੋਈਆਂ ਸਨ, ਹੋਰ ਇਤਿਹਾਸ ਦੀ ਖੋਜ ਕਰਕੇ ਬੜੇ ਸੋਹਣੇ ਢੰਗ ਨਾਲ ਲਿਖਿਆ, ਉਹ ਆਪਾਂ ਪੜ੍ਹ ਸੁਣ ਰਹੇ ਹਾਂ। ਜਿਵੇਂ ਭਾਈ ਬਾਲਾ ਜੀ ਨੇ ਸਭ ਤੋਂ ਵੱਡਾ ਇਹ ਪਰਉਪਕਾਰ ਕੀਤਾ, ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਗੁਰੂ ਅੰਗਦ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਸੁਣਾਇਆ। ਅਤੇ ਜਦੋਂ ਸੰਪੂਰਨ ਇਤਿਹਾਸ ਸੁਣਾ ਦਿੱਤਾ ਅਤੇ ਭਾਈ ਬਾਲਾ ਜੀ ਨੇ ਉਸ ਵੇਲੇ ਹੱਥ ਜੋੜ ਕੇ ਕਿਹਾ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜਿੰਨੀ ਕਿ ਮੈਨੂੰ ਸਮਝ ਸੂਝ ਹੈ, ਗਿਆਤ ਹੈ, ਉਹ ਆਪ ਜੀ ਦੀ ਆਗਿਆ ਅਨੁਸਾਰ ਵੀ ਆਪ ਜੀ ਨੇ ਆਗਿਆ ਕੀਤੀ ਸੀ ਵੀ ਭਾਈ ਬਾਲਾ ਤੁਸੀਂ ਗੁਰੂ ਨਾਨਕ ਸਾਹਿਬ ਜੀ ਨਾਲ ਰਹੇ ਹੋ ਅਤੇ ਇਤਿਹਾਸ ਸਾਨੂੰ ਸੁਣਾਓ ਸਾਰਾ। ਉਹ ਮਹਾਰਾਜ ਮੈਨੂੰ ਜਿੰਨਾ ਕੁ ਪਤਾ ਸੀ ਉਹ ਮੈਂ ਆਪ ਜੀ ਨੂੰ ਸੁਣਾ ਦਿੱਤਾ ਹੈ। ਇਹ ਆਪ ਜੀ ਨੇ ਕਿਰਪਾ ਕਰਕੇ ਹੀ ਮੇਰੇ ਮੁਖ ਤੋਂ ਕਹਾਇਆ ਹੈ। ਇਹ ਆਪ ਜੀ ਦੀ ਵਡਿਆਈ ਹੈ ਵੀ ਤੁਸੀਂ ਨੇ ਮੈਨੂੰ ਵਡਿਆਈ ਦਿੱਤੀ ਹੈ। ਅਸਲ ਵਿੱਚ ਆਪਣਾ ਇਤਿਹਾਸ ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਆਪ ਹੀ ਜਾਣਦੇ ਹੋ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੀ ਹੋ। ਅਤੇ ਇਹ ਇਤਿਹਾਸ ਮਹਾਰਾਜ ਜਿੰਨਾ ਪਤਾ ਸੀ ਉਹ ਆਪ ਜੀ ਨੇ ਸੁਣਾ ਦਿੱਤਾ ਹੈ। ਅੱਗੇ ਜਿਵੇਂ ਜਿਹੜਾ ਪ੍ਰਸੰਗ ਹੋਇਆ ਹੈ ਉਹ ਆਪ ਜੀ ਨੇ ਸਭ ਭਲੀ ਭਾਂਤ ਜਾਣਦੇ ਹੀ ਹੋ ਵੀ ਤੁਸੀਂ ਵੀ ਸ੍ਰੀ ਕਰਤਾਰਪੁਰ ਸਾਹਿਬ ਆ ਗਏ ਸੀ। ਉੱਥੇ ਜਿਵੇਂ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਕੌਤਕ ਕੀਤੇ, ਪ੍ਰੀਖਿਆਵਾਂ ਹੋਈਆਂ, ਸਿੱਖਾਂ ਦੇ ਪਰਚੇ ਪਾਏ ਅਤੇ ਮਹਾਰਾਜ ਜੋਤੀ ਜੋਤ ਸਮਾਏ, ਉਹ ਸਾਰਾ ਪ੍ਰਸੰਗ ਆਪ ਜੀ ਨੂੰ ਸਭ ਪਤਾ ਹੀ ਹੈ ਮਹਾਰਾਜ। ਇਸ ਤਰ੍ਹਾਂ ਮੈਂ ਤਾਂ ਆਪ ਜੀ ਦੇ ਦਰਸ਼ਨਾਂ ਲਈ ਜਦੋਂ ਪਤਾ ਲੱਗਾ ਕਿ ਆਪ ਜੀ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇ ਸਰੂਪ ਵਿੱਚ ਸ੍ਰੀ ਖਡੂਰ ਸਾਹਿਬ ਸੁਭਾਏਮਾਨ ਹਨ, ਅਤੇ ਮਹਾਰਾਜ ਮੈਂ ਤੁਹਾਡਾ ਦਰਸ਼ਨ ਕਰ ਲਈ ਇੱਥੇ ਆ ਗਿਆ ਸਾਂ। ਜਿਵੇਂ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਹਾਂ, ਜੋ ਆਪ ਜੀ ਨੇ ਸੇਵਾ ਬਖਸ਼ੀ ਉਹ ਸੇਵਾ ਕੀਤੀ ਹੈ। ਹੁਣ ਗੁਰੂ ਮਹਾਰਾਜ ਕਿਰਪਾ ਕਰੋ, ਤੁਹਾਡੇ ਦਰਸ਼ਨ ਹੋ ਗਏ ਹੈ, ਅਤੇ ਕਿਰਪਾ ਕਰੋ ਵੀ ਇਸ ਸਰੀਰ ਦਾ ਵੀ ਉਧਾਰ ਹੋਵੇ ਅਤੇ ਮੈਂ ਆਪਣੇ ਨਗਰ ਤਲਵੰਡੀ ਨਗਰ ਹੀ ਜਾ ਵਸਾਂ, ਉੱਥੇ ਰਹਾਂ ਹੁਣ ਰਹਿੰਦਾ ਸਮਾਂ। ਗੁਰੂ ਅੰਗਦ ਦੇਵ ਸਾਹਿਬ ਜੀ ਸੁਣ ਕੇ ਕਹਿਣ ਲੱਗੇ ਵੀ ਭਾਈ ਬਾਲਾ ਤੂੰ ਤਾਂ ਸਾਨੂੰ ਅਤੀ ਪਿਆਰਾ ਹੈ, ਅਤੇ ਹੁਣ ਨਗਰ ਜਾ ਕੇ ਕੀ ਕਰਨਾ ਹੈ, ਅਤੇ ਜੋ ਤੁਸੀਂ ਕਹਿੰਦੇ ਵੀ ਮੇਰਾ ਮਹਾਰਾਜ ਉਧਾਰ ਕਰੋ, ਇੰਨੇ ਕਾਹਨੂੰ ਕਾਹਲੇ ਹੋ, 2 ਮਹੀਨੇ ਰਹਿ ਗਏ ਹੈ, 2 ਮਹੀਨੇ ਬਾਅਦ ਤੁਸਾਂ ਨੇ ਆਪਣਾ ਸਰੀਰ ਜਿਹੜਾ ਛੱਡ ਜਾਣਾ ਹੈ ਅਤੇ ਸਾਡੇ ਸਵੈ ਸਰੂਪ ਵਿੱਚ ਸਮਾ ਜਾਣਾ ਹੈ, ਅਤੇ ਹੁਣ ਤੁਸੀਂ ਇੱਥੇ ਖਡੂਰ ਸਾਹਿਬ ਹੀ ਰਹੋ। ਭਾਈ ਬਾਲਾ ਜੀ ਗੁਰੂ ਮਹਾਰਾਜ ਜੀ ਦੀ ਆਗਿਆ ਮੰਨ ਕੇ ਫਿਰ ਸ੍ਰੀ ਖਡੂਰ ਸਾਹਿਬ ਹੀ ਰਹੇ। ਜਦੋਂ 2 ਮਹੀਨੇ ਹੋ ਗਏ ਅਤੇ ਸਾਧ ਸੰਗਤ ਜੀ 2 ਮਹੀਨੇ ਬਾਅਦ ਜਿਸ ਦਿਨ ਸਰੀਰ ਛੱਡਣਾ ਸੀ ਉਹ ਸਮਾਂ ਆਇਆ, ਭਾਈ ਬਾਲਾ ਜੀ ਨੇ ਸਮਾਂ ਜਾਣ ਕੇ ਵੀ ਅੰਤਲਾ ਸਮਾਂ ਆ ਗਿਆ ਹੈ, ਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਜਿਸ ਥਾਂ 'ਤੇ ਬਿਰਾਜਣਾ ਸੀ ਉਹ ਥਾਂ ਦੀ ਸਫਾਈ ਕਰਾਈ, ਪਵਿੱਤਰਤਾ ਕਰਾਈ, ਲੇਪਣ ਪੋਚਣ ਕਰਾਇਆ, ਪੋਚਾ ਕਰਵਾਇਆ। ਉਸ ਥਾਂ 'ਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ, ਸਰੂਪ ਦਾ ਧਿਆਨ ਧਰ ਕੇ ਮੱਥਾ ਟੇਕਿਆ, ਫਿਰ ਲੇਟ ਗਏ। ਸਰੀਰ ਬੜਾ ਸੌਖਾ ਹੀ ਛੱਡ ਦਿੱਤਾ ਹੈ, ਜਿਵੇਂ ਪੱਕਾ ਫਲ ਕੋਈ ਰੁੱਖ 'ਤੇ ਲੱਗਾ ਹੋਵੇ, ਹੱਥ ਲਾਇਆ ਥੱਲੇ ਡਿੱਗ ਪੈਂਦਾ ਹੈ, ਇਵੇਂ ਦੇਹ ਬੜੀ ਸੌਖੀ ਛੱਡ ਦਿੱਤੀ। ਫਿਰ ਗੁਰੂ
ਅੰਗਦ ਦੇਵ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਹਿ ਕੇ ਸੋਹਣੀ ਜਿਹੜੀ ਹੈ ਸ਼ਿਖਾ ਤਿਆਰ ਕਰਵਾਈ ਅਤੇ ਭਾਈ ਬਾਲਾ ਜੀ ਦੇ ਸਰੀਰ ਦਾ ਸੋਹਣਾ ਪਵਿੱਤਰ ਜਲ ਨਾਲ ਇਸ਼ਨਾਨ ਕਰਵਾਇਆ। ਅੰਤਮ ਸੰਸਕਾਰ ਦੀ ਕਿਰਿਆ ਦੀ ਜਿਵੇਂ ਮਰਿਆਦਾ ਗੁਰਮਤਿ ਅਨੁਸਾਰ ਉਹ ਸਭ ਕੁਝ ਕੀਤਾ। ਅਖੀਰੀ 4 ਸਿੱਖਾਂ ਨੂੰ ਕਹਿ ਕੇ ਸੋਹਣੇ ਵਿਵਾਨ 'ਚ ਸਰੀਰ ਰੱਖਿਆ। ਵਿਵਾਨ ਚੁੱਕ ਕੇ ਜਿੱਥੇ ਚਿਖਾ ਸਜਾਈ ਉੱਥੇ ਮਹਾਰਾਜ ਜੀ ਭਾਈ ਬਾਲਾ ਜੀ ਨੂੰ ਲੈ ਕੇ 4 ਸਿੱਖਾਂ ਨੂੰ ਚੁਕਵਾ ਕੇ ਮੋਢਿਆਂ 'ਤੇ ਲਿਆਂਦਾ, ਚਿਖਾ 'ਤੇ ਸਜਾ ਦਿੱਤਾ। ਫਿਰ ਚੰਡਾ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਨਾਲ ਲਾਇਆ ਹੈ। ਆਪਣਾ ਪ੍ਰੇਮੀ ਪਿਆਰਾ ਜਾਣ ਕੇ, ਭਗਤ ਜਾਣ ਕੇ ਸਿੱਖ ਬੜੇ ਰੋਕ ਰਹੇ, ਮਹਾਰਾਜ ਅਸੀਂ ਇਹ ਸੇਵਾ ਕਰ ਲੈਂਦੇ ਹਾਂ ਚੰਡਾ ਲਾਉਣ ਦੀ, ਪਰ ਮਹਾਰਾਜ ਨੇ ਆਪਣੇ ਹੱਥੀਂ ਲਾਇਆ। ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾ ਪੁੱਤਾਂ ਭਾਈਆ। ਗੁਰੂ ਕਾ ਸਿੱਖਾਂ ਦੇ ਨਾਲ ਪਿਆਰ ਆਪਣੇ ਪੁੱਤਰਾਂ ਭਰਾਵਾਂ ਸਗੇ ਸੰਬੰਧੀਆਂ ਨਾਲੋਂ ਬਹੁਤਾ ਹੈ। ਗੁਰੂ ਨੂੰ ਸਿੱਖ ਪਿਆਰੇ ਹੈ, ਪੁੱਤਰ ਭਾਈ ਬੰਦ ਘਰ ਦੇ ਜੀਅ ਨਹੀਂ ਪਿਆਰੇ ਨੇ। ਸਿੱਖਾਂ ਨੂੰ ਮਹਾਰਾਜ ਨੇ ਬਹੁਤਾ ਪਿਆਰ ਕੀਤਾ। ਆਪਣੇ ਹੱਥੀਂ ਮਹਾਰਾਜ ਜੀ ਨੇ ਭਾਈ ਬਾਲਾ ਜੀ ਸੰਸਕਾਰ ਕੀਤਾ। ਭਾਈ ਬਾਲਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ, ਸਾਧ ਸੰਗਤ ਜੀ, ਫਿਰ ਕੀਤੀ ਸੰਗਤ ਕਿੰਨੀ, ਬਹੁਤ ਜ਼ਿਆਦਾ। ਇਤਿਹਾਸ ਵਿੱਚ ਜੇ ਝਾਤੀ ਮਾਰੀ ਜਾਏ ਤਾਂ ਸਭ ਤੋਂ ਜ਼ਿਆਦਾ ਸੰਗਤ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੈ। ਫਿਰ ਇੰਨੀ ਸੇਵਾ ਸੰਗਤ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਹਜ਼ੂਰੀ ਵਿੱਚ ਜਾ ਕੇ ਉੱਥੇ ਨਮਸਕਾਰ ਕੀਤੀ ਅਤੇ ਕਿੰਨਾ ਪਰਉਪਕਾਰ ਕੀਤਾ ਇਤਿਹਾਸ ਸੁਣਾਉਣ ਦਾ। ਜਿਹੜੇ ਇਤਿਹਾਸ ਨੂੰ ਅੱਜ ਆਪਾਂ ਪੜ੍ਹ ਸੁਣ ਰਹੇ ਹਾਂ, ਉਸ ਇਤਿਹਾਸ ਦਾ ਨਾਂ ਹੀ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਿਆ ਗਿਆ, ਜਿਸ ਨੂੰ ਗੁਰੂ ਘਰ ਕੇ ਨਿੰਦਕਾਂ ਨੇ, ਕਬੀਰ ਪੰਥੀਆਂ ਨੇ, ਹੋਰ ਜੰਡਿਆਲੀਆਂ ਨੇ ਬੜੇ ਵਿਗਾੜ ਪਾਉਣ ਦੀ ਕੋਸ਼ਿਸ਼ ਕੀਤੀ। ਭਾਈ ਸੰਤੋਖ ਸਿੰਘ ਜੀ ਨੇ ਉਸ ਇਤਿਹਾਸ ਨੂੰ ਵੇਖ ਕੇ ਅਤੇ ਸੋਹਣੇ ਢੰਗ ਨਾਲ ਜੋ ਗੁਰੂ ਕਾ ਪਵਿੱਤਰ ਸੋਹਣਾ ਇਤਿਹਾਸ ਆਪਣੇ ਹੱਥਾਂ ਨਾਲ ਬਣਾ ਸਵਾਰ ਕੇ ਦੂਜੇ ਗ੍ਰੰਥਾਂ ਦੀ ਮਦਦ ਨਾਲ ਸਪਸ਼ਟ ਸਹੀ ਰੂਪ ਵਿੱਚ ਲਿਖਿਆ। ਜਿਵੇਂ ਭਾਈ ਬਾਲਾ ਜੀ ਦਾ ਜਨਮ ਸਥਾਨ ਗੁਰੂ ਨਾਨਕ ਸਾਹਿਬ ਜੀ ਦਾ ਨਗਰ ਹੀ ਜੋ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ, ਉੱਥੇ ਹੋਇਆ। ਪਿਤਾ ਚੰਦਰਭਾਨ ਜੀ ਜੋ ਸੰਧੂ ਗੋਤ ਦੇ ਸਨ, ਭਾਈ ਬਾਲਾ ਜੀ ਸੰਧੂ ਗੋਤ ਵਿੱਚੋਂ ਸਰੀਰ ਇੱਥੇ ਸ੍ਰੀ ਖਡੂਰ ਸਾਹਿਬ ਛੱਡਿਆ, ਜਿੱਥੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ ਦਾ ਤਪਿਆਣਾ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਖਡੂਰ ਸਾਹਿਬ, ਜਿੱਥੇ ਮਹਾਰਾਜ ਨੇ ਤਪ ਕੀਤਾ, ਤਪ ਸਥਾਨ। ਉੱਥੇ ਇੱਕ ਤਲਾਅ ਸਰੋਵਰ ਹੈ, ਉਹਦੇ ਪਾਸ ਹੀ ਇੱਕ ਰੜੇ ਮੈਦਾਨ ਵਿੱਚ ਭਾਈ ਬਾਲਾ ਜੀ ਦਾ ਜਿਹੜਾ ਸਥਾਨ ਸਮਾਧ ਬਣੀ ਹੋਈ, ਅਤੇ ਉਹ ਸਮਾਧ ਬਹੁਤ ਨੀਵੀਂ ਜਿਹੀ ਬਣੀ ਹੈ। ਕਿਉਂਕਿ ਭਾਈ ਬਾਲਾ ਜੀ ਨੇ ਇਹ ਗੱਲ ਕਹੀ ਸੀ, ਮਹਾਰਾਜ ਮੇਰਾ ਕੋਈ ਸਥਾਨ ਨਹੀਂ ਬਣਾਉਣਾ ਹੈ, ਮੈਂ ਹਮੇਸ਼ਾ ਗੁਰੂ ਮਹਾਰਾਜ ਦਾ ਦਾਸ ਹੋ ਕੇ ਰਿਹਾ ਵਾਂ ਅਤੇ ਦਾਸ ਹੀ ਰਹਿਣਾ ਚਾਹੁੰਦਾ, ਮੇਰਾ ਸਥਾਨ ਮਹਾਰਾਜ ਕੋਈ ਨਾ ਬਣਾਈ। ਉਸ ਵੇਲੇ ਸਥਾਨ ਜਦੋਂ ਛੋਟਾ ਜਿਹਾ ਬਣਾਇਆ ਸੀ ਯਾਦਗਾਰੀ ਵਿੱਚ, ਜਦੋਂ ਕਾਰ ਸੇਵਾ ਵਾਲੇ ਪ੍ਰੇਮੀ ਆਏ ਅਤੇ ਉਹਨਾਂ ਦੇ ਮਨਾਂ 'ਚ ਇਹ ਗੱਲ ਆਈ ਵੀ ਭਾਈ ਬਾਲਾ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਸੇਵਾ ਬੇਅੰਤ ਕੀਤੀ ਹੈ, ਇਸ ਕਰਕੇ ਉਹਨਾਂ ਦਾ ਸਥਾਨ ਸੋਹਣਾ ਬਣਨਾ ਚਾਹੀਦਾ ਹੈ। ਗੁਰੂ ਘਰ ਦੇ ਸੇਵਕ ਰਹੇ, ਜਿਸ ਕਰਕੇ ਉਹਨਾਂ ਨੇ ਥੜਾ ਫਿਰ ਥੋੜ੍ਹਾ ਉੱਚਾ ਕਰ ਦਿੱਤਾ, ਉੱਪਰ 2-4 ਦੀਵਾਰਾਂ ਕੱਢ ਕੇ ਅਤੇ ਗੁੰਬਦ ਵੀ ਬਣਾ ਦਿੱਤਾ, ਜਿਵੇਂ ਕੋਈ ਗੁਰਦੁਆਰਾ ਸਾਹਿਬ ਹੋਵੇ। ਜਦੋਂ ਇਹ ਬਣਾ ਦਿੱਤਾ ਅਤੇ ਉਹ ਜਿਹੜੇ ਕਾਰ ਸੇਵਾ ਵਾਲੇ ਪ੍ਰੇਮੀ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ 'ਤੇ ਕਿਤੇ ਗਏ ਹੈ, ਉੱਥੇ ਕਹਿੰਦੇ ਉਹਨਾਂ ਨੂੰ ਸੁਪਨਾ ਆਇਆ ਵੀ ਵੇਖੋ ਭਾਈ ਅਸੀਂ ਤਾਂ ਸਦਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਦਾਸ ਹੋ ਕੇ ਰਹੇ ਹਾਂ, ਜਿੰਨਾ ਚਿਰ ਸਰੀਰ ਕਰਕੇ ਰਹੇ ਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਰਾਬਰ ਦੇ ਹੋ ਕੇ ਨਹੀਂ ਬੈਠੇ। ਇਸ ਕਰਕੇ ਤੁਸਾਂ ਨੇ ਜਿਹੜਾ ਸਾਡਾ ਸਥਾਨ ਬਣਾਇਆ ਉਹਨੂੰ ਇਵੇਂ ਪੂਜਨੀਕ ਨਾ ਬਣਾਓ, ਅਸੀਂ ਗੁਰੂ ਕੇ ਘਰ ਵਿੱਚ ਪੂਜਨੀਕ ਨਹੀਂ ਹੋਣਾ ਚਾਹੁੰਦੇ, ਅਸੀਂ ਤਾਂ ਹਮੇਸ਼ਾ ਗੁਰੂ ਕੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦੇ ਹਾਂ, ਦਾਸਨ ਦਾਸਾ ਹੋਏ ਰਹੋ।
ਉਹ ਜਦੋਂ ਸੁਪਨਾ ਆਇਆ ਫਿਰ ਉਹ ਕਾਰ ਸੇਵਾ ਵਾਲੇ ਪ੍ਰੇਮੀਆਂ ਨੇ ਉਸੇ ਤਰ੍ਹਾਂ ਫਿਰ ਉਹ ਸਥਾਨ ਕਰ ਦਿੱਤਾ, ਗੁੰਬਦ ਲਾ ਦਿੱਤਾ ਸੀ ਅਤੇ ਥੜਾ ਵੀ ਨੀਵਾਂ ਕਰ ਦਿੱਤਾ। ਉਹ ਹੁਣ ਪਤਾ ਨਹੀਂ ਲੱਗਦਾ ਵੀ ਇਹ ਭਾਈ ਬਾਲਾ ਜੀ ਦੀ ਸਮਾਧ ਹੈ ਕਿ ਕੀ ਹੈ। ਜੇ ਕੋਈ ਦੱਸ ਦੇ ਤਾਂ ਪਤਾ ਲੱਗਦਾ ਵੀ ਭਾਈ ਬਾਲਾ ਜੀ ਦਾ ਇਹ ਸਥਾਨ ਜਿੱਥੇ ਅੰਤਿਮ ਸੰਸਕਾਰ ਕੀਤਾ। ਉੱਦਾਂ ਤਾਂ ਇਵੇਂ ਲੱਗਦਾ ਵੀ ਜਿਵੇਂ ਕੋਈ ਮੱਸਿਆ ਸੰਗਰਾਂਦ 'ਤੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ, ਦਿਮਾਗ ਲੱਗਦਾ। ਅਸਲ ਵਿੱਚ ਉਹ ਭਾਈ ਬਾਲਾ ਜੀ ਦਾ ਅੰਤਿਮ ਸੰਸਕਾਰ ਵਾਲਾ ਸਥਾਨ ਹੈ ਖਡੂਰ ਸਾਹਿਬ, ਜਿੱਥੇ ਗੁਰਦੁਆਰਾ ਤਪਿਆਣਾ ਸਾਹਿਬ ਹੈ। ਇਵੇਂ ਸਾਧ ਸੰਗਤ ਜੀ ਧੰਨ ਹਨ ਭਾਈ ਬਾਲਾ ਜੀ, ਜਿਨ੍ਹਾਂ ਨੇ ਗੁਰੂ ਘਰ ਦੀ ਇੰਨੀ ਸੇਵਾ ਕੀਤੀ ਹੈ। ਫਿਰ ਨਿਮਾਣੇ ਮਾਣ ਤੋਂ ਰਹਿਤ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਉਹ ਤਾਂ ਕੋਈ ਵਿਰਲਾ ਹੀ ਹੈ। ਸਦਾ ਇਹ ਜਿਹੜੇ ਨਿਮਾਣੇ ਹੋ ਕੇ ਰਹਿਣ, ਵੀ ਅਮਰ ਹੋ ਕੇ ਵੀ ਇੰਨੀ ਇੱਛਾ ਹੈ ਵੀ ਗੁਰੂ ਕੇ ਚਰਨਾਂ ਵਿੱਚ ਹੀ ਰਹੀਏ, ਪੂਜਨੀਕ ਨਾ ਹੋਈਏ। ਚਲੋ ਕਿ ਜਿਹਨੇ ਉਹ ਪ੍ਰੇਮੀਆਂ ਨੇ ਸਥਾਨ ਉੱਚਾ ਕੀਤਾ, ਉਹਨਾਂ ਵੀ ਮਾੜਾ ਨਹੀਂ ਕੀਤਾ, ਪਰ ਗੁਰੂ ਕੇ ਸਿੱਖ ਦੀ ਐਸੀ ਭਾਵਨਾ ਹੈ ਕਿ ਮਹਾਰਾਜ ਸਦਾ ਨੀਵੇਂ ਹੀ, ਕਿ ਰਾਜ ਨਾ ਚਾਹੋ ਪ੍ਰੀਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਤੁਹਾਡੇ ਚਰਨਾਂ ਦੀ ਪ੍ਰੀਤੀ ਮਹਾਰਾਜ ਚਾਹੀਦੀ, ਨੀਵੇਂ ਚੰਗੇ ਆ ਸੱਚਿਆ ਪਾਤਸ਼ਾਹ। ਤਾਂ ਹੀ ਅਰਦਾਸ ਵਿੱਚ ਕਿਹਾ ਜਾਂਦਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਉਹ ਗੁਰੂ ਕੇ ਵਿਰਲੇ ਸਿੱਖ ਜਿਨ੍ਹਾਂ ਦੇ ਮਨ ਨੀਵੇਂ, ਮੱਤ ਬਹੁਤ ਉੱਚੀ ਸੁੱਚੀ ਹੈ। ਭਾਈ ਬਾਲਾ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਸਾਰਾ ਇਤਿਹਾਸ ਇਹ ਸੁਣਾਇਆ। ਅਤੇ ਜੋ ਕਵੀ ਸਾਹਿਬ ਜਿਵੇਂ ਭਾਈ ਬਾਲੇਵਾੜੀ ਜਨਮ ਸਾਖੀ ਤੋਂ ਲੱਥਾ ਕੀਤਾ ਸੀ, ਉਹਦਾ ਇਤਿਹਾਸ ਆਪਾਂ ਸੰਗਤ ਰੂਪ ਵਿੱਚ ਰਲ ਮਿਲ ਕੇ ਸਰਵਣ ਕੀਤਾ ਹੈ। ਅੱਗੇ ਜਿਵੇਂ ਭਾਈ ਲਹਿਣਾ ਜੀ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ, ਜਦੋਂ ਸਿੱਖ ਰੂਪ ਵਿੱਚ ਹੋ ਕੇ ਅਤੇ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਸੇਵਾ ਵਿੱਚ ਹਾਜ਼ਰ ਹੋਏ। ਉਹ ਪਵਿੱਤਰ ਪ੍ਰਸੰਗ ਹੁਣ ਆਰੰਭ ਹੋਣ ਜਾ ਰਹੇ ਹੈ। ਜਿਵੇਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ ਕੀਤੀ। ਆਓ ਆਪਾਂ ਉਹ ਕਥਾ ਹੁਣ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਰਸਤੀ ਸਿਮਰਨ ਉਦਦ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ, ਜੋ ਕਵੀਆਂ ਦੀ ਸੰਕੇਤ ਮਰਿਆਦਾ ਦਾ ਮੰਗਲ ਹੈ। ਭਾਵੇਂ ਕਵੀ ਕੋਈ ਵੀ ਕਿਸੇ ਜਾਤ ਗੋਤ ਧਰਮ ਵਿੱਚ ਹੋਵੇ, ਉਹ ਕੋਈ ਕਵਿਤਾ ਰਚੇ ਅਤੇ ਕਵਿਤਾ ਦੀ ਇੱਕ ਦਾਤੀ ਸ਼ਕਤੀ ਮੰਨੀ ਹੈ, ਉਹਦਾ ਮੰਗਲ ਜ਼ਰੂਰ ਕਰੇ। ਜਿਸ ਕਰਕੇ ਸਾਰੇ ਕਵੀ ਕਵੀਆਂ ਦੀ ਮਰਿਆਦਾ ਦਾ ਮੰਗਲ ਕਰਦੇ ਆ। ਇੱਥੇ ਉਹੀ ਮੰਗਲ ਸਾਰਦਾ ਦਾ, ਸਰਸਵਤੀ ਜਿਹਨੂੰ ਸਰਸਤੀ ਕਹਿੰਦੇ ਆ, ਜੋ ਵਿੱਦਿਆ ਦੀ ਦਾਤੀ ਸ਼ਕਤੀ, ਕਵਿਤਾ ਦੀ ਦਾਤੀ ਇੱਕ ਸ਼ਕਤੀ ਮੰਨੀ, ਉਹਦਾ ਮੰਗਲ ਕਰ ਰਹੇ ਹੈ। ਵੀ ਜੋ ਸਾਰਦਾ ਹੈ, ਸਰਸਤੀ ਵੀ ਕਿਹਾ ਜਾਂਦਾ ਹੈ, ਸਰਸਵਤੀ ਵੀ, ਸਾਰਦਾ ਵੀ। ਜੋ ਕਵਿਤਾ ਦੀ ਦਾਤੀ ਸ਼ਕਤੀ ਸਾਰਦਾ ਹੈ, ਉਹਦਾ ਸਿਮਰਨ ਹੈ, ਉਹ ਸਮੁੰਦਰ ਦੇ ਤੁੱਲ ਹੈ। ਸਮੁੰਦਰ ਰੂਪੀ ਸਾਰਦਾ ਦਾ ਜੋ ਸਿਮਰਨ ਹੈ, ਉਹ ਸਮੁੰਦਰ ਰੂਪ ਹੈ। ਕਵਿਤਾ ਪ੍ਰਦ ਜਿਉ ਇੰਦ। ਸਮੁੰਦਰ ਰੂਪੀ ਸਾਰਦਾ ਦਾ ਜੋ ਸਿਮਰਨ ਹੈ, ਉਹਨੂੰ ਸਿਮਰਨ ਕਰਨਾ ਹੈ। ਮਾਨੋ ਕਿ ਇਹ ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ। ਜਿਵੇਂ ਉਹ ਸਮੁੰਦਰ ਵਿੱਚੋਂ 14 ਰਤਨ ਨਿਕਾਲੇ ਹੋਣ, ਸਮੁੰਦਰ ਵਿੱਚ 14 ਰਤਨ ਨਿਕਲੇ, ਇੱਕ ਚੰਦਰਮਾ ਰਤਨ ਨਿਕਲਿਆ ਹੈ। ਇਸੇ ਤਰ੍ਹਾਂ ਹੀ ਸਾਰਦਾ ਮਾਨੋ ਸਮੁੰਦਰ ਦੀ ਨਿਆਈ ਹੈ। ਉਹਦਾ ਸਿਮਰਨ ਕਰਨਾ ਮਾਨੋ ਇਸ ਸਮੁੰਦਰ ਨੂੰ ਰਿੜਕਣਾ ਹੈ। ਅਤੇ ਜਿਹਦੇ ਵਿੱਚੋਂ ਕਵਿਤਾ ਰੂਪੀ ਜਿਹੜਾ ਚੰਦਰਮਾ ਹੈ,
ਉਹ ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ। ਸਾਰਦਾ ਦਾ ਸਿਮਰਨ ਸਮੁੰਦਰ ਬਿਗਸਤ ਸਰੋਤਾ ਕਮਦ ਸੋਨਾ। ਜਿਸ ਇਸ ਕਵਿਤਾ ਰੂਪੀ ਚੰਦਰਮਾ ਦਾ ਜੋ ਦਾਤਾ ਹੈ ਸਾਰਦਾ ਦਾ ਸਿਮਰਨ, ਉਹ ਸਿਮਰਨ ਨੂੰ ਸੁਣ ਕੇ ਜਿਹੜੇ ਕਵੀਆਂ ਦੀ ਨਿਆਈ ਹੈ ਸਰੋਤੇ, ਅਤੇ ਉਹ ਕੀ ਹੈ ਵਿਕਸਿਤ ਕਹੀਏ ਖਿੜ ਜਾਂਦੇ ਹਨ। ਜਿਵੇਂ ਚੰਦਰਮਾ ਨੂੰ ਦੇਖ ਕੇ ਰਾਤ ਦੀਆਂ ਕਵੀਆਂ ਰਾਤ ਦੇ ਕੌਲ ਫੁੱਲ ਖਿੜ ਜਾਂਦੇ ਹੈ, ਇਸੇ ਤਰ੍ਹਾਂ ਜਿਹੜੇ ਸਰੋਤੇ ਜਨ ਹੈ ਕਥਾ ਨੂੰ ਸੁਣਨ ਵਾਲੇ, ਸਰੋਤੇ ਕਥਾ ਨੂੰ ਸੁਣਨ ਵਾਲੇ ਕਹਿ ਲਓ, ਜਾਂ ਇਹ ਸਰਸਵਤੀ ਦਾ ਜਿਹੜੇ ਕਵੀ ਲੋਕ ਸਿਮਰਨ ਕਰਨ ਵਾਲੇ ਹੈ ਉਹ ਇਸ ਨੂੰ ਸੁਣ ਕੇ ਪ੍ਰੇਮੀ ਜਨ ਕਵੀ ਜਨ ਜਾਂ ਸਰੋਤੇ ਖਿੜ ਜਾਂਦੇ ਹਨ ਕਵੀਆਂ ਵਾਂਗੂ। ਕੋਕ ਬੇਮੁਖ ਦੁਖ ਦੰਦ। ਪਰ ਜਿਹੜੇ ਕੋਕ ਚਕਵੀ ਚਕਵਾ ਹੈ ਤੇ ਉਹ ਬੜੇ ਦੁਖੀ ਹੁੰਦੇ ਹਨ ਜਦੋਂ ਚੰਦਰਮਾ ਚੜ੍ਹ ਜਾਏ, ਕਿਉਂਕਿ ਸੂਰਜ ਚੜ੍ਹੇ ਤੇ ਚਕਵਾ ਚਕਵੀ ਦਾ ਮੇਲ ਹੁੰਦਾ, ਜਿਸ ਕਰਕੇ ਉਹ ਕਹਿੰਦੇ ਸੂਰਜ ਹੀ ਰਹੇ ਚੰਦਰਮਾ ਨਾ ਰਹੇ। ਚੰਦਰਮਾ ਚੜ੍ਹਨੇ ਕਰਕੇ ਉਹਨਾਂ ਦਾ ਵਿਛੋੜਾ ਹੋ ਜਾਂਦਾ, ਉਹ ਬੜੇ ਦੁਖੀ ਹੁੰਦੇ ਹਨ ਜਿਹੜੇ ਚਕਵੇ ਹੈ। ਇਸੇ ਪ੍ਰਕਾਰ ਹੀ ਜਿਹੜਾ ਹੈ ਸਾਧ ਸੰਗਤ ਜੀ, ਜਿਹੜਾ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ, ਕਵੀ ਸਾਹਿਬ ਜੀ ਨੇ ਇੱਕ ਗੁਰਬਾਣੀ ਦੀ ਮਹਿਮਾ ਦਾ ਮੰਗਲ ਕੀਤਾ। ਜਿਹੜੇ ਕੋਈ ਪਰਮਾਰਥ ਦਾ ਅਰਥ ਉਹ ਇਵੇਂ ਵੀ ਕਰ ਲੈਂਦੇ ਹਨ। ਸਾਰ ਸੁਤੀ ਸਿਮਰਨ ਉਦਤ। ਸਾਰ ਕਹੀਏ ਜੋ ਸ੍ਰੇਸ਼ਟ ਬ੍ਰਹਮ ਗਿਆਨ ਹੈ, ਅਤੇ ਸੁਤੀ ਕਹੀਏ ਇਹ ਸਥਿਤੀ ਜੋ ਸ੍ਰੇਸ਼ਟ ਬ੍ਰਹਮ ਗਿਆਨ ਨੂੰ ਹਿਰਦੇ ਵਿੱਚ ਸਥਿਤ ਕਰਨ ਵਾਲੀ ਹੈ, ਉਹ ਕੀ ਹੈ ਗੁਰੂ ਕੀ ਬਾਣੀ, ਧੁਰ ਕੀ ਬਾਣੀ, ਸੱਚ ਕੀ ਬਾਣੀ। ਐਸੀ ਜੋ ਸ੍ਰੇਸ਼ਟ ਸਾਰ ਸ੍ਰੇਸ਼ਟ ਬ੍ਰਹਮ ਗਿਆਨ ਨੂੰ ਹਿਰਦੇ ਵਿੱਚ ਸੁਧੀ ਕਹੀ ਸਥਿਤ ਕਰਨ ਵਾਲੀ ਹੈ ਧੁਰ ਕੀ ਬਾਣੀ, ਉਸ ਦਾ ਜੋ ਸਿਮਰਨ ਹੈ ਉਹ ਸਮੁੰਦਰ ਦੀ ਨਿਆਈ ਹੈ। ਕਵਿਤਾ ਪ੍ਰਦ ਜਿਉ ਇੰਦ। ਮਾਨੋ ਕਿ ਜਿਹੜੀ ਕਵਿਤਾ ਹੈ ਗੁਰਬਾਣੀ ਦਾ ਸਿਮਰਨ, ਉਹਦੇ ਵਿੱਚੋਂ ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ ਇਹ ਸਮੁੰਦਰ, ਗੁਰਬਾਣੀ ਸਮੁੰਦਰ। ਗੁਰਬਾਣੀ ਦਾ ਸਿਮਰਨ ਕੀ ਹੈ? ਸਮੁੰਦਰ ਹੈ। ਉਹ ਸਮੁੰਦਰ ਕੀ ਹੈ? ਮਾਨੋ ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ। ਵੀ ਕਵਿਤਾ ਸਫੁਰਨ ਹੋਣ ਲੱਗ ਪੈਂਦੀ ਗੁਰਬਾਣੀ ਪੜ੍ਹਨ ਲੱਗਿਆ, ਸਭ ਮੱਤਾਂ ਗੁਰਬਾਣੀ ਵਿੱਚੋਂ ਹੀ ਆਉਂਦੀਆਂ। ਜਾਂ ਵੀ ਕਵਿਤਾ ਕਹੀਏ ਕਵਿਤਾ ਪ੍ਰਦ ਜਿਉ ਇੰਦ, ਕਵਿਤਾ ਰੂਪੀ ਚੰਦਰਮਾ ਦਾ ਦਾਤਾ ਹੈ ਗੁਰਬਾਣੀ ਦਾ ਸਿਮਰਨ ਸਮੁੰਦਰ, ਜਿਸ ਵਿੱਚ ਉਹ ਚੰਦਰਮਾ ਗੁਰਬਾਣੀ ਕਿਹੜਾ ਪੈਦਾ ਕਰਦੀ? ਵਿਰਾਗ ਰੂਪੀ ਚੰਦਰਮਾ ਦੀ ਦਾਤੀ ਹੈ ਗੁਰਬਾਣੀ। ਬਿਗਸਤ ਸਰੋਤਾ ਕੁਮਦ ਸੋਨਾ। ਤੇ ਉਸ ਗੁਰਬਾਣੀ ਦੇ ਸਿਮਰਨ ਨੂੰ ਸੁਣ ਕੇ, ਗੁਰਬਾਣੀ ਦੀ ਕਥਾ ਨੂੰ ਸੁਣ ਕੇ ਜਿਹੜੇ ਹੈ ਪ੍ਰੇਮੀ ਜਨ ਕਵੀਆਂ ਵਾਂਗੂ ਸਰੋਤੇ ਜਨ ਗੁਰੂ ਕੇ ਸਿੱਖ ਭਗਤ, ਉਸ ਗੁਰਬਾਣੀ ਦੀ ਕਥਾ ਨੂੰ ਸੁਣ ਕੇ, ਗੁਰਬਾਣੀ ਦੇ ਸਿਮਰਨ ਨੂੰ ਸੁਣ ਕੇ ਖਿੜ ਜਾਂਦੇ ਹੈ। ਜਾਂ ਜੋ ਗੁਰਬਾਣੀ ਕਵਿਤਾ ਦੀ ਜਿਹੜੀ ਹੈ ਕਵਿਤਾ ਰੂਪੀ ਚੰਦਰਮਾ ਦੀ ਦਾਤੀ ਹੈ, ਅਤੇ ਉਹ ਕਵਿਤਾ ਕੀ ਹੈ? ਗੁਰੂ ਕੇ ਇਤਿਹਾਸ ਦੀ, ਜਿਸ ਇਤਿਹਾਸ ਨੂੰ ਸੁਣ ਕੇ ਕੁਮਦਨੀ ਵਾਂਗੂ ਕਵੀਆਂ ਵਾਂਗੂ ਪ੍ਰੇਮੀ ਕਥਾ ਸੁਣਨ ਵਾਲੇ ਸਰੋਤੇ ਜਨ ਗੁਰੂ ਕੇ ਪਿਆਰੇ ਸਿੱਖ ਖਿੜ ਜਾਂਦੇ ਹਨ। ਕੋਕ ਬੇਮੁਖ ਦੁਖ ਦੰਦ। ਪਰ ਜਿਹੜੇ ਕੋਕ ਚਕਵਿਆਂ ਦੀ ਨਹੀਂ ਹੈ ਨਾ, ਛੁੱਟੜ ਬੇਮੁਖ ਲੋਕ, ਉਹ ਜਿਵੇਂ ਚੰਦਰਮਾ ਚੜ੍ਹੇ ਤੇ ਦੁਖੀ ਹੋ ਜਾਂਦੇ ਆ ਚਕਵੇ, ਇਸੇ ਤਰ੍ਹਾਂ ਬੇਮੁਖ ਲੋਕ ਜਿਹੜੀ ਗੁਰੂ ਪਰਮੇਸ਼ਰ ਦੀ ਬਾਣੀ ਹੈ, ਜੋ ਕਵਿਤਾ ਨੂੰ ਸਫੁਰਨ ਕਰਨ ਵਾਲੀ ਹੈ, ਉਸ ਗੁਰੂ ਦੀ ਕਵਿਤਾ ਕਹੀਏ ਕਥਾ ਹੈ, ਜਿਹੜੀ ਕਥਾ ਰੂਪੀ ਚੰਦਰਮਾ ਨੂੰ ਦੇਖ ਕੇ ਦੁਖੀ ਲੋਕ, ਬੇਮੁਖ ਲੋਕ ਦੇ ਦੁਖੀ ਹੋ ਜਾਂਦੇ, ਉਹ ਖੁਸ਼ ਨਹੀਂ ਹੁੰਦੇ ਇਸ ਕਥਾ ਨੂੰ ਸੁਣ ਕੇ। ਗੁਰੂ ਨਾਨਕ ਜੀ ਸਾਹਿਬ ਜੀ ਦੀ ਨੂੰ ਜਾਂ ਗੁਰਬਾਣੀ ਦੀ ਕਥਾ ਨੂੰ ਸੁਣ ਕੇ ਉਹ ਦੁਖੀ ਹੋ ਜਾਂਦੇ ਹੈ, ਕਿਉਂਕਿ ਗੁਰਬਾਣੀ ਸੱਚ ਸਰੂਪ ਹੈ,
ਤੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਕੂੜਾ ਜਲ ਜਾਂਦਾ ਸੱਚ ਨੂੰ ਸੁਣ ਕੇ, ਝੂਠਾ ਮੱਚ ਜਾਂਦਾ। ਤੇ ਗੁਰਬਾਣੀ ਤੇ ਸੱਚੀ ਹੈ। ਉਸ ਗੁਰਬਾਣੀ ਨੂੰ, ਜਿਸ ਗੁਰਬਾਣੀ ਨੂੰ ਸੁਣ ਕੇ ਕਵੀਆਂ ਵਰਗੇ ਪ੍ਰੇਮੀ ਸਰੋਤੇ ਤੇ ਖਿੜ ਜਾਂਦੇ ਆ, ਪਰ ਜਿਹੜੇ ਛੁੱਟੜ ਚੱਕਵਿਆਂ ਦੇ ਨਿਆਈ ਬੇਮੁਖ ਲੋਕ ਹੈ, ਦੁਖੀ ਹੋ ਜਾਂਦੇ ਆ। ਇਸੇ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ, ਇਹ ਕਥਾ ਦੀ ਕਵਿਤਾ ਰੂਪੀ ਚੰਦਰਮਾ ਦੀ ਦਾਤੀ ਹੈ ਗੁਰਬਾਣੀ। ਤੇ ਜਿਸ ਕਥਾ ਨੂੰ ਸੁਣ ਕੇ ਕਵੀਆਂ ਵਰਗੇ ਪ੍ਰੇਮੀ ਜਨ 'ਤੇ ਖਿੜ ਜਾਂਦੇ ਹੈ, ਸਰੋਤੇ ਗੁਰੂ ਕੇ ਸਿੱਖ ਭਾਵ ਭਗਤੀ ਵਾਲੇ, ਗੁਰੂ ਕੇ ਸ਼ਰਧਾ ਰੱਖਣ ਵਾਲੇ, ਪਰ ਜਿਹੜੇ ਛੁੱਟੜ ਬੇਮੁਖ ਲੋਕ ਚੱਕਵੀ ਚੱਕਵੇ ਦੀ ਨਾਈ ਕਥਾ ਸੁਣ ਕੇ ਰਾਜੀ ਨਹੀਂ ਹੈ, ਉਹ ਦੁਖੀ ਹੁੰਦੇ ਹਨ। ਚੌਪਈ ਅਬ ਸ੍ਰੀ ਅੰਗਦ ਕੀ ਸੁਨ ਕਥਾ। ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਰੋਤਾ ਜਨੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਜਿਵੇਂ ਕਥਾ ਹੋਈ ਹੈ ਗੁਰੂ ਨਾਨਕ ਸਾਹਿਬ ਸਮੇਂ, ਉਹ ਸੁਣਨਾ ਕਰੋ। ਹੁਣ ਕਵੀ ਜੀ ਆਪਣੇ ਵੱਲੋਂ ਇਹ ਕਥਾ ਲਿਖ ਰਹੇ ਹੈ, ਜੋ ਭਾਈ ਸਾਹਿਬ ਭਾਈ ਰਾਮ ਕੋਇਰ ਜੀ, ਭਾਈ ਗੁਰਬਖਸ਼ ਸਿੰਘ ਅੰਮ੍ਰਿਤ ਛਕ ਕੇ ਹੋਏ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਹੈ, ਉਹਨਾਂ ਨੇ ਜੋ ਇਤਿਹਾਸ ਸੁਣਾਇਆ, ਉਹਨਾਂ ਦੇ ਅੱਗੇ ਲਿਖਾਰੀ ਹੋਏ ਹੈ ਭਾਈ ਸਾਹਿਬ ਸਿੰਘ, ਜੋ ਉਹਨਾਂ ਨੇ ਵਾਰਤਕ ਕੀਤਾ ਹੈ। ਉਸ ਵਾਰਤਕ ਦਾ ਉਲੱਥਾ ਕਵੀ ਸਾਹਿਬ ਜੀ ਆਪਣੇ ਹੁਣ ਵੱਲੋਂ ਕਰ ਰਹੇ ਆ। ਕਹਿੰਦੇ, ਗੁਰੂ ਅੰਗਦ ਦੇਵ ਸਾਹਿਬ ਜੀ ਅਗਲੀ ਕਥਾ ਸੁਣੋ ਹੁਣ। ਭਾਈ ਜਥਾ ਉਚਰੋ ਮੈਂ ਤਥਾ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅਗਲੀ ਕਥਾ ਸੁਣੋ। ਜਿਸ ਤਰ੍ਹਾਂ ਇਹ ਸਰੋਤਾ ਜਨੋ ਗੁਰੂ ਕੇ ਪਿਆਰੇ ਸਿੱਖੋ ਹੋਈ ਹੈ, ਉਸੇ ਤਰ੍ਹਾਂ ਹੀ ਮੈਂ ਕਥਨ ਕਰਾਂਗਾ, ਪ੍ਰਗਟ ਕਰਾਂਗਾ। ਜੰਗਲ ਮਤੇ ਜੋ ਹੁਦੀ ਸਰਾਏ। ਜੰਗਲ ਕਹੀਏ ਮਾਲਵਾ, ਇਹ ਮਾਲਵੇ ਦਾ ਇਲਾਕਾ ਪਹਿਲਾਂ ਸਾਰਾ ਜੰਗਲ ਹੀ ਜੰਗਲ ਸੀ। 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਾਉਣ ਤੋਂ ਪਹਿਲਾਂ, ਬਾਅਦ 'ਚ ਵੀ ਇਹ ਕਾਫੀ ਸਮਾਂ ਜੰਗਲ ਹੀ ਰਿਹਾ ਹੈ। ਇੱਥੇ ਪੀਲੂ ਦੇ, ਕਰੀੜ ਦੇ, ਇਹ ਮੋਠ ਬਾਜਰਾ, ਐਵੇਂ ਫਾਲਤੂ ਜਿਹੇ ਰੁੱਖ ਹੁੰਦੇ ਸੀ, ਜਾਂ ਮੋਠ ਬਾਜਰੇ ਦੀ ਥੋੜ੍ਹੀ ਬਹੁਤੀ ਫਸਲ ਹੁੰਦੀ ਸੀ। ਇੰਨੀ ਫਸਲ ਨਹੀਂ ਸੀ, ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗਏ ਹੈ, ਸਤ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਇਹਦੇ ਗੁਰੂ ਮਹਾਰਾਜ ਨੇ ਭਾਗ ਲਾਏ ਮਾਲਵੇ ਦੀ ਧਰਤੀ ਨੂੰ। ਅਤੇ ਭਾਈ ਡੱਲੇ ਦੇ ਰਾਹੀਂ ਉਹ ਬਖਸ਼ਿਸ਼ਾਂ ਕੀਤੀਆਂ ਸਨ ਵੀ ਇਹ ਗੁਰੂ ਕਾ ਮਾਲਵਾ ਹੈ, ਇਹ ਜੰਗਲ ਨਹੀਂ ਹੈ। ਅਤੇ ਉਦੋਂ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ। ਇਹ ਮਾਲਵੇ ਦੇ ਇਲਾਕੇ ਵਿੱਚ ਹੀ ਜੋ ਮੱਤੇ ਦੀ ਸਰਾਂ ਸੀ, ਇਹ ਪਹਿਲਾਂ ਮੱਤੇ ਦੀ ਸਰਾਂ ਸੀ। ਅਤੇ ਜਦੋਂ ਅਗਲੇ ਪਾਸੇ ਇਤਿਹਾਸ ਥੋੜ੍ਹਾ ਜਿਹਾ ਆਈ ਜਾਣਾ ਵੀ ਇੱਥੇ ਬਲੋਚਾਂ ਦੀ ਡਾਕੂਆਂ ਨੇ, ਧਾੜਵੀਆਂ ਨੇ ਜਿਹੜੀ ਮਾਰ ਮਾਰੀ, ਇੱਥੇ ਇਹਨੂੰ ਥੇ ਕਰ ਦਿੱਤਾ ਸੀ, ਉਜਾੜ ਦਿੱਤਾ ਸੀ। ਅਤੇ ਫਿਰ ਜਦੋਂ ਉੱਜੜ ਗਿਆ, ਲੋਕ ਵੀ ਸਾਰੇ ਇੱਥੋਂ ਢਾਹ ਢੇਰੀ ਕਰਕੇ ਸਾਰੇ ਮੱਤੇ ਦੀ ਸਰਾਂ ਨੂੰ ਇੱਥੋਂ ਕੱਢ ਦਿੱਤੇ। ਅਤੇ ਜਿਹੜੇ ਫਿਰ ਉੱਥੇ ਕੋਈ ਨਾ ਰਿਹਾ। ਬਾਅਦ ਵਿੱਚ ਕਹਿੰਦੇ ਵੀ ਇੱਕ ਨਾਂਗਾ ਸਾਧੂ ਸੀ, ਬਿਲਕੁਲ ਹੀ ਅਲਫ ਨੰਗਾ, ਉਹਨੇ ਲੋਕਾਂ ਨੂੰ ਕਹਿ ਕੇ ਅਤੇ ਇਸ ਮੱਤੇ ਦੀ ਸਰਾਂ ਵਿੱਚ ਵਸਾਇਆ, ਜਿਸ ਕਰਕੇ ਪਹਿਲਾਂ ਦੇ ਦਾ ਨਾਮ ਸੀ ਮੱਤੇ ਦੀ ਸਰਾਂ। ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਭਾਈ ਲਹਿਣਾ ਰੂਪ ਵਿੱਚ ਰਹਿੰਦੇ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਵੀ ਉੱਥੇ ਗਏ ਆ, ਉਦੋਂ ਤਾਂ ਹੈ ਸੀ ਮੱਤੇ ਦੀ ਸਰਾਂ। ਜਦੋਂ ਨਾਂਗੇ ਸਾਧੂ ਨੇ ਇਹਨੂੰ ਵਸਾਇਆ, ਫਿਰ ਇਹਦਾ ਪੈ ਗਿਆ ਨਾਮ ਨਾਂਗੇ ਦੀ ਸਰਾਂ। ਇਹ ਮੱਤੇ ਦੀ ਸਰਾਂ ਤੋਂ ਨਾਂਗੇ ਦੀ ਸਰਾਂ ਇਹਦਾ ਬਦਲ ਕੇ ਰੱਖਿਆ ਗਿਆ। ਉਸ ਵੇਲੇ ਜੋ ਮੱਤੇ ਦੀ ਸਰਾਂ ਹੈ ਸੀ ਮਾਲਵੇ ਦੇ ਇਲਾਕੇ ਵਿੱਚ, ਮਨ ਪਨੀਤ ਫੇਰੂ ਤਹ ਥਾਏ। ਜਦੋਂ ਆਪਾਂ ਇੱਧਰੋਂ ਕੋਟ ਕਪੂਰੇ ਤੋਂ ਮੁਕਤਸਰ ਜਾਵਾਂਗੇ ਅਤੇ 3-4 ਕੋਹ ਪਹਿਲਾਂ ਹੀ ਇਹ ਜਿਹੜਾ ਹੈ ਨਾਂਗੇ ਦੀ ਸਰਾਂ, ਸੜਕ ਦੇ ਉੱਪਰ ਹੀ ਥੋੜ੍ਹੀ ਹਟੀਵੀਂ ਜਿਹੀ ਆ ਜਾਏਗੀ ਇਹ ਨਗਰ, ਉੱਥੇ ਹੈ ਸਥਾਨ। ਅਤੇ ਕਹਿੰਦੇ ਇਸ ਮੱਤੇ ਦੀ ਸਰਾਂ ਵੇਖੇ ਜੋ ਮਨ ਪਨੀਤ, ਇੱਕ ਤਾਂ ਹੁੰਦਾ ਪਵਿੱਤਰ, ਪਵਿੱਤਰ 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 ਪਨੀਤ, ਜੋ ਬੜੇ ਪਨੀਤ ਭਾਵ ਬਹੁਤ ਮਹਾਨ ਮਨ ਵਾਲੇ, ਪਨੀਤ ਮਨ ਵਾਲੇ, ਉਸ ਮੱਤੇ ਦੀ ਸਰਾਂ ਵਾਲੇ ਥਾਂ ਵਿੱਚ ਭਾਈ ਫੇਰੂ ਜੀ ਰਹਿੰਦੇ ਸਨ।
ਜੋ ਭਾਈ ਲਹਿਣਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਿਤਾ ਸਨ। ਗੁਰਬਾਣੀ ਵਿੱਚ ਆਉਂਦਾ ਹੈ, ਸੱਤੇ ਬਲਵੰਡ ਨੇ ਲਿਖਿਆ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਵੀ ਫੇਰ ਆ ਕੇ ਵਸਾਇਆ ਹੈ, ਫੇਰ ਆਣ ਬਾਬਾ ਫੇਰੂ ਜੀ ਦੇ ਆਣ ਕੇ ਪੁੱਤਰ ਨੇ ਖਡੂਰ ਸਾਹਿਬ, ਕਿਉਂਕਿ ਉਹ ਤਪੇ ਨੇ ਮਹਾਰਾਜ ਜੀ ਨੂੰ ਕਿਹਾ ਸੀ ਨਾ ਵੀ ਜੱਟਾਂ ਖਡੂਰ ਦੇ ਜੱਟਾਂ ਤੁਸੀਂ ਇਹਨਾਂ ਨੂੰ ਕੱਢ ਦਿਓ ਅਤੇ ਤੁਹਾਡੇ ਇੱਥੇ ਨਗਰ 'ਚ ਮੀਂਹ ਪੈ ਜਾਊ। ਗੁਰੂ ਮਹਾਰਾਜ ਦੀ ਛਾਪਰੀ ਸਾਹਿਬ ਵਾਲੇ ਸਥਾਨ 'ਤੇ ਚਲੇ ਗਏ, ਜਿੱਥੇ ਸੁਭਾਏਮਾਨ ਗੁਰਦੁਆਰਾ ਸਾਹਿਬ। ਇੱਥੇ ਮਗਰੋਂ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਸਜ਼ਾ ਦਿੱਤੀ ਸੀ ਉਸ ਨੂੰ, ਸੁਹਾਗੇ ਮਗਰ ਪਾ ਕੇ ਹੱਡੀ ਹੱਡੀ ਡਾਈ ਸੀ ਉਹਦੀ। ਜੱਟਾਂ ਨੇ ਫਿਰ ਉਹ ਜੱਟਾਂ ਨੇ ਤਪੇ ਨੂੰ ਮਾਰਿਆ ਸੀ। ਅਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਖਡੂਰ ਸਾਹਿਬ ਵਸਾਇਆ ਸੀ। ਮਨ ਦੇ ਪੁਨੀਤ ਪਵਿੱਤਰ ਜੋ ਭਾਈ ਫੇਰੂ ਉਸ ਥਾਂ ਮੱਤੇ ਦੀ ਸਰਾਂ ਵਿੱਚ ਰਹਿੰਦੇ ਸਨ। ਤਿਹਣ ਗੋਤ ਛਤਰੀ ਜਿਹ ਜਾਤੀ, ਜਿਸ ਬਾਬਾ ਫੇਰੂ ਜੀ ਦੀ ਜਿਹੜੀ ਜਾਤ ਛਤਰੀ ਸੀ ਵਰਨ, ਤੇ ਤਿਹਣ ਤ੍ਰਿਣਾ ਦੀ ਗੋਤ ਕੁਲ ਵੰਸ਼ ਸੀ। ਕਰਮ ਧਰਮ ਮਹਿ ਸਭ ਬਖਿਆਤੀ, ਜੋ ਸਾਰੇ ਕਰਮਾਂ ਜੋ ਧਰਮ ਦੇ ਕਰਮਾਂ ਵਿੱਚ ਤੇ ਸਾਰਿਆਂ ਵਿੱਚ ਪ੍ਰਗਟ ਹੀ ਸੀ ਬਾਬਾ ਫੇਰੂ ਮੱਲ ਜੀ। ਕਿਉਂਕਿ ਪ੍ਰਗਟ ਐਵੇਂ ਸਨ ਵੀ ਇੱਕ ਵਾਰੀ ਇੱਥੇ ਥੋੜ੍ਹਾ ਆਇਆ ਨਹੀਂ ਪ੍ਰਸੰਗ, ਕਈ ਥਾਵਾਂ ਦੇ ਮਹਾਂਪੁਰਸ਼ਾਂ ਦਾ ਦੱਸਣਾ ਹੈ, ਕਹਿਣਾ ਉਸ ਸਥਾਨਾਂ ਤੋਂ ਹੀ ਜਿਹੜਾ ਪ੍ਰਗਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਜਦੋਂ ਸਤਿਨਾਮ ਦਾ ਚੱਕਰ ਫਰਾ ਰਹੇ ਸਨ ਅਤੇ ਇੱਥੇ ਮੱਤੇ ਦੀ ਸਰਾਂ ਮੁਕਤਸਰ ਦੇ ਨੇੜੇ ਇੱਥੇ ਮਾਰੇ ਗਏ ਸਨ। ਜਦੋਂ ਇੱਥੇ ਗਏ ਹੈ ਨਗਰ ਦੇ ਬਾਹਰ ਵਾਰੀ ਜਾ ਕੇ ਮਹਾਰਾਜ ਬੈਠ ਗਏ ਅਤੇ ਉਹ ਉੱਥੇ ਹੁਣ ਅੱਜ ਕੱਲ੍ਹ ਗੁਰਦੁਆਰਾ ਚਰਨ ਕਮਲ ਸਾਹਿਬ ਸੁਭਾਏਮਾਨ ਹੈ, ਸੋਹਣਾ ਸਥਾਨ ਬਣਿਆ। ਜੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਿਤਾ ਬਾਬਾ ਫੇਰੂ ਜੀ ਸਨ, ਇਹ ਇੱਥੇ ਨਗਰ ਵਿੱਚ ਬੜੇ ਧਰਮ ਦੇ ਕਰਮਾਂ ਵਿੱਚ ਪ੍ਰਗਟ ਹੀ ਸਨ। ਭਾਵ ਆਏ ਗਏ ਸਾਧੂ ਸੰਤਾਂ ਦੀ ਬੜੀ ਸੇਵਾ ਕਰਦੇ। ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਜਗਤ ਗੁਰੂ ਨਾਨਕ ਸਾਹਿਬ ਜੀ ਆਏ ਅਤੇ ਮਹਾਰਾਜ ਦੇ ਮਾਤਾ ਜੀ ਅਤੇ ਪਿਤਾ ਜੀ ਦੋਨੋਂ ਹੀ ਗੁਰੂ ਨਾਨਕ ਸਾਹਿਬ ਜੀ ਚਰਨਾਂ ਵਿੱਚ ਆਏ, ਇੱਥੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਬਹੁਤ ਸੇਵਾ ਕੀਤੀ, ਹੱਥ ਜੋੜੇ, ਮਹਾਰਾਜ ਆਪ ਜੀ ਕਿਰਪਾ ਕਰੋ, ਸਾਡੇ ਗਰੀਬਾਂ ਦੀ ਕੁੱਲੀ ਵਿੱਚ ਆਪਣੇ ਪਵਿੱਤਰ ਚਰਨ ਪਾਓ, ਜਿਸ ਕਰਕੇ ਸਾਡਾ ਘਰ ਪਵਿੱਤਰ ਹੋ ਜਾਏ। ਗੁਰੂ ਮਹਾਰਾਜ ਜੀ ਨੇ ਫਿਰ ਚਰਨ ਪਾਏ, ਜਿਸ ਕਰਕੇ ਮੱਤੇ ਦੀ ਸਰਾਂ ਨਗਰ ਵਿੱਚ, ਉਹ ਸ਼ਹਿਰ ਵਿੱਚ ਨਗਰ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਸੁਭਾਏਮਾਨ ਹੈ। ਫਿਰ ਇਹਨਾਂ ਬੜੀ ਸੇਵਾ ਕੀਤੀ ਸੀ ਅਤੇ ਗੁਰੂ ਮਹਾਰਾਜ ਜੀ ਕਹਿੰਦੇ ਪ੍ਰਸੰਨ ਹੋ ਕੇ ਭਾਈ ਵਾਰ ਮੰਗੋ। ਕਹਿੰਦੇ ਮਹਾਰਾਜ ਇਹੀ ਬੇਨਤੀ ਹੈ ਕਿ ਜੀ ਆਪ ਜੀ ਵਰਗਾ ਸਾਡਾ ਪਰਉਪਕਾਰੀ ਸੁਪੁੱਤਰ ਹੋਏ ਪ੍ਰਗਟ। ਗੁਰੂ ਮਹਾਰਾਜ ਕਹਿੰਦੇ ਐਸਾ ਹੀ ਹੋਏਗਾ, ਸਾਡੇ ਵਰਗਾ ਹੀ ਤੁਹਾਡੇ ਘਰ ਪੁੱਤਰ ਕਰਨੀ ਵਾਲਾ ਹੋਏਗਾ, ਜੋ ਸਾਡੀ ਗੁਰਤਾ ਦੇ ਬਿਰਾਜਮਾਨ ਹੋਏਗਾ। ਇਹ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਅਤੇ ਬੜੇ ਪ੍ਰਸੰਨ ਹੋਏ ਸਨ, ਜਿਸ ਕਰਕੇ ਕਵੀ ਸਾਹਿਬ ਜੀ ਲਿਖ ਰਹੇ ਹੈ ਵੀ ਜੋ ਧਰਮ ਦੇ ਕੰਮਾਂ ਵਿੱਚ ਸਾਰੇ ਨਗਰ ਵਿੱਚ ਬੜੇ ਪ੍ਰਗਟ ਸਨ ਬਾਬਾ ਫੇਰੂ ਜੀ। ਇਹ ਘਰ ਜਨਮਿਆ ਸੁਤ ਸੁਖਦਾਈ, ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ, ਅਵਤਾਰ ਧਾਰਿਆ ਸੁਖਦਾਈ, ਸੁਖ ਦੇਣ ਵਾਲੇ ਪੁੱਤਰ ਨੇ। ਲਹਿਣਾ ਨਾਮ ਧਰਿਓ ਹਿਤ ਲਾਈ, ਜਿਸ ਦਾ ਬੜਾ ਪ੍ਰੇਮ ਹਿਤ ਲਾ ਕੇ ਬੜੇ ਚਾਅ ਨਾਲ ਲਹਿਣਾ ਕਰਕੇ ਨਾਮ ਰੱਖਿਆ। ਜਨਮਤ ਭਗਤ ਸੰਗ ਜਿਸ ਆਈ, ਜਿਸ ਭਾਈ ਲਹਿਣਾ ਦੇ ਜਨਮਦਿਆਂ ਕਹਿੰਦੇ ਨਾਲ ਹੀ ਭਗਤੀ ਆਈ ਹੋਈ ਸੀ। ਭਾਵ ਜਿਸ ਦੇ ਜਨਮਦਿਆਂ ਇੰਨਾ ਬਾਬਾ ਫੇਰੂ ਜੀ ਦੇ ਘਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਆ ਗਈ। ਕਿਦੋਂ ਤਾਹੇ ਨਿਜ ਦੇਹ ਬਣਾਈ, ਅਥਵਾ ਕੇ ਜੋ ਵਾਹਿਗੁਰੂ ਦੀ ਪ੍ਰੇਮਾ ਭਗਤੀ ਪਰਾ ਭਗਤੀ ਮਹਾਨ ਹੈ, ਉਸਨੇ ਆਪਣੀ ਭਾਈ ਲਹਿਣਾ ਰੂਪ ਵਿੱਚ ਦੇਹ ਸਰੀਰ ਬਣਾਇਆ ਸੀ। ਧੀਰਜ ਖਿਮਾ ਭੁਜਾ ਜਿਹ ਸੋਹਾ, ਜਿਸ ਵਾਹਿਗੁਰੂ ਦੀ ਭਗਤੀ ਦੀਆਂ
ਧੀਰਜ ਹੌਸਲਾ ਤੇ ਖਿਮਾ ਸਹਾਨ ਸ਼ਕਤੀ ਦੋ ਬਾਹਾਂ ਸੋਭਨੀਕ ਹਨ। ਅਜਰ ਜਰਨ ਸ਼ਬਰਿਦਾ ਭਇਓ ਹੈ। ਜਿਹੜਾ ਅਜਰ ਨੂੰ ਜਰਨਾ ਭਾਵ ਜੋ ਗੱਲ ਜਰੀ ਨਾ ਜਾਏ ਉਸ ਨੂੰ ਜਰਨਾ, ਜਾਂ ਅਜਰ ਜਿਹੜੀ ਸ਼ਕਤੀ ਨਾਲ ਜਰੀ ਜਾਣ ਵਾਲੀ ਉਹਨੂੰ ਜਰਨਾ। ਜਿਸ ਵਾਹਿਗੁਰੂ ਦੀ ਭਗਤੀ ਦਾ ਚੰਗਾ ਹਿਰਦਾ ਜਿਹੜਾ ਹੋਇਆ ਹੈ। ਮੈਤਰੀ ਮੁਦਤਾ ਜਾਂਗ ਸਹਾਈ। ਤੇ ਜੋ ਸਭ ਨਾਲ ਮਿੱਤਰਤਾ ਕਰਨੀ, ਮਿੱਤਰਤਾ ਭਾਵ ਰੱਖਣਾ। ਮੁਦਤਾ ਕਿਸੇ ਦੇ ਗੁਣ ਵੇਖ ਕੇ, ਕਿਸੇ ਦਾ ਅਹੁਦਾ ਵਡਿਆਈ ਵੇਖ ਕੇ, ਕਿਸੇ ਦੀ ਵਿੱਦਿਆ ਵੇਖ ਕੇ ਸੜਨ ਦੀ ਬਜਾਏ ਸਗੋਂ ਮੁਦਤਾ ਪ੍ਰਸੰਨ ਰਹਿਣਾ। ਇਹ ਜਿਸ ਵਾਹਿਗੁਰੂ ਦੀ ਭਗਤੀ ਦੀ ਮਿੱਤਰਤਾ ਤੇ ਮੁਦਤਾ ਪ੍ਰਸੰਨਤਾ, ਇਹ ਦੋ ਲੱਤਾਂ ਹੀ ਸੋਭਨੀਕ ਹਨ। ਘਟ ਕਰਨਾ ਕੀ ਆਤ ਸ਼ਬਸ਼ਾਈ। ਜਿਹੜੀ ਦੂਸਰਿਆਂ ਤੇ ਕਿਰਪਾਲਤਾ ਕਰਨੀ, ਦਇਆ ਤਰਸ ਕਰਨਾ, ਇਹ ਵਾਹਿਗੁਰੂ ਦੀ ਭਗਤੀ ਦਾ ਜਿਹੜਾ ਸੋਹਣਾ ਸੂਖਮ ਲੱਕ ਕਮਰ ਉਹ ਅਤੀ ਛਵੀ ਪਾ ਰਹੀ ਹੈ। ਭਾਉ ਬਦਨ ਮਨ ਪ੍ਰੇਮ ਬਣਾਏ। ਅਤੀ ਛਵੀ ਸੁੰਦਰਤਾ ਪਾ ਰਿਹਾ ਜੋ ਕਰਨਾ ਰੂਪੀ ਤਰਸ ਰੂਪੀ ਕਮਰ ਲੱਕ, ਜੋ ਸ਼ਰਧਾ ਹੈ, ਭਾਵਨਾ ਹੈ, ਜਿਸ ਵਾਹਿਗੁਰੂ ਦੀ ਭਗਤੀ ਦਾ ਮੁੱਖ ਹੈ, ਜਿਹੜਾ ਪ੍ਰੇਮ ਹੈ, ਇਹੋ ਭਗਤੀ ਦਾ ਮਨ ਬਣਿਆ ਹੋਇਆ ਹੈ। ਧਮ ਧਮ ਜਾਂਗੇ ਕਰਨ ਸਹਾਏ। ਜਿਸ ਵਾਹਿਗੁਰੂ ਦੀ ਭਗਤੀ ਦੇ ਸਮ ਮਨ ਨੂੰ ਕੰਟਰੋਲ ਕਰਨਾ ਵਿਸ਼ਿਆਂ ਵੱਲੋਂ, ਦਮ ਇੰਦਰੀਆਂ ਦਾ ਦਮਨ ਕਰਨਾ ਵਿਕਾਰਾਂ ਵੱਲੋਂ, ਜਿਸ ਭਗਤੀ ਦੇ ਦੋਵੇਂ ਕੰਨ ਹਨ ਸੋਭਨੀਕ। ਧਿਆਨ ਕਰਨ ਲਿਵ ਲਾਗਨ ਜੋ। ਜਿਹੜਾ ਅੰਤਰਮੁਖ ਹੋ ਕੇ ਧਿਆਨ ਕਰਨਾ ਤੇ ਲਿਵ ਲਗਾਉਣੀ ਹੈ ਜੋ। ਤ੍ਰੈਲੋਚਨ ਸ਼ੋਭਿਤ ਸ਼ਬਸੋ। ਉਸ ਵਾਹਿਗੁਰੂ ਦੀ ਭਗਤੀ ਦੇ ਦੋਵੇਂ ਨੇਤਰ ਹੀ ਜਿਹੜੇ ਹੈ ਸੋਭਨੀਕ ਹੋ ਰਹੇ ਹੈ। ਗਿਆਨ ਸੀਸ ਜਿਹ ਕੇਰ ਬਿਰਾਜਤ। ਜਿਸ ਭਗਤੀ ਦਾ ਗਿਆਨ ਰੂਪੀ ਸੀਸ ਬਿਰਾਜ ਰਿਹਾ, ਸੱਜ ਰਿਹਾ ਬੜਾ ਸੋਹਣਾ। ਸਤ ਸੰਗਤ ਸਿੰਗਾਰ ਸ਼ੁਭ ਸਾਜਤ। ਜਿਹੜੀ ਸਤ ਸੰਗਤ ਹੈ ਇਹ ਉਸ ਵਾਹਿਗੁਰੂ ਦੀ ਭਗਤੀ ਦਾ ਸ਼ਿੰਗਾਰ ਹੈ, ਚੰਗਾ ਸੱਜ ਫੱਬ ਰਿਹਾ। ਇਸ ਪ੍ਰਕਾਰ ਧਰ ਜਨਮ ਸੁਹਾਵਾ। ਇਸ ਤਰ੍ਹਾਂ ਜਿਹੜਾ ਜੋ ਵਾਹਿਗੁਰੂ ਦੀ ਭਗਤੀ ਹੈ, ਉਸ ਵਾਹਿਗੁਰੂ ਦੀ ਭਗਤੀ ਨੇ ਜਨਮ ਸੋਭਨੀਕ ਭਾਈ ਲਹਿਣਾ ਦੇ ਰੂਪ ਵਿੱਚ ਧਾਰਿਆ ਹੈ। ਹਿਰਦਾ ਦੇਹ ਜਿਉ ਕਾਲ ਬਿਤਾਵਾ। ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਦਿਨ ਲੰਘਦੇ ਹੈ, ਭਾਈ ਲਹਿਣਾ ਜੀ ਦਾ ਸਰੀਰ ਵੱਧਦਾ ਹੈ। 14 ਵਰਖ ਆਰਬਲ ਹੋਈ। ਜਦੋਂ 14 ਕੁ ਸਾਲ ਭਾਈ ਲਹਿਣਾ ਜੀ ਦੀ ਉਮਰ ਹੋ ਗਈ ਹੈ। ਜਿਨਹ ਬੇਕਾਰ ਨਾ ਪਰਸਿਓ ਕੋਈ। ਜਿਸ ਭਾਈ ਲਹਿਣਾ ਜੀ ਦੇ ਮਨ ਨੂੰ ਕੋਈ ਵਿਕਾਰ ਤੇ ਪਰਸਿਆ ਛੋਇਆ ਹੀ ਨਹੀਂ ਹੈ। 14 ਸਾਲ ਦੀ ਉਮਰ ਹੋ ਗਈ ਹੈ ਤੇ ਕੋਈ ਵਿਕਾਰ ਮਨ ਦਾ ਨੇੜੇ ਤੇੜੇ ਨਹੀਂ ਆਉਂਦਾ। ਐ ਮਨ ਟਿਕਿਆ ਇਕਾਗਰ ਹੈ। ਖਤਰੀ ਇੱਕ ਖਡੂਰ ਮਹਿ ਰਹੀ। ਭਾਈ ਲਹਿਣਾ ਭਾਵ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇੱਕ ਸਹੁਰਾ ਜੋ ਦੇਵੀ ਚੰਦ ਸੀ, ਇਹ ਖੱਤਰੀ ਜਾਤ ਦਾ, ਇਹ ਖਡੂਰ ਸਾਹਿਬ ਵਿੱਚ ਹੀ ਰਹਿੰਦਾ ਸੀ। ਸੁਲਤਾਨ ਕੇਤ ਤਾਹੇ ਕੇ ਅਹੀ। ਉਸ ਦੇਵੀ ਚੰਦ ਖੱਤਰੀ ਦੇ ਘਰ ਵਿੱਚ ਇੱਕ ਲੜਕੀ ਮਾਤਾ ਖੀਵੀ, ਜੋ ਬਾਅਦ ਵਿੱਚ ਗੁਰੂ ਸਾਹਿਬ ਜੀ ਦੀ ਸੁਪਤਨੀ ਹੈ, ਤੇ ਖੀਵੀ ਕਰਕੇ ਸੁਪੁੱਤਰੀ ਹੈ ਸੀ ਉਸ ਘਰ। ਭੇਜ ਮਨ ਜਤਨ ਕੀਨ ਸਗਾਈ। ਇਸ ਨੇ ਆਪਣੇ ਮਨੁੱਖ ਸਿਆਣੇ ਬ੍ਰਾਹਮਣ ਜੋ ਉਸ ਵੇਲੇ ਸਿਧਾਂਤ ਸੀ, ਕਿਉਂਕਿ ਵੀ ਦੇਵੀ ਪੂਜਕੀ ਸਨ ਸਾਰੇ, ਇੱਕ ਮਨੁੱਖ ਸਿਆਣੇ ਨੂੰ ਭੇਜ ਕੇ ਭਾਈ ਲਹਿਣਾ ਜੀ ਨਾਲ ਸਗਾਈ ਮੰਗਣੀ ਕਰ ਦਿੱਤੀ। ਚੇਤਕ ਸਮਾਪਨ ਦੀਨ ਬਿਤਾਈ। ਜਿੰਨਾ ਸਮਾਂ ਫਿਰ ਲੰਘਾ ਦਿੱਤਾ, ਮੰਗਣੀ ਕਰ ਦਿੱਤੀ ਹੈ, ਵਿੱਚ ਕੁਝ ਸਾਲ ਖੰਡ ਦਾ ਸਮਾਂ ਪਾ ਦਿੱਤਾ। ਕਰਿਓ ਵਿਆਹ ਦਾਜ ਬਹੁ ਦੀਨਾ। ਅਖੀਰ ਉਹ ਦਿਨ ਵੀ ਆ ਗਿਆ ਵਿਆਹ ਦਾ, ਸਾਹੇ ਦਾ, ਤੇ ਬਾਬਾ ਫੇਰੂ ਜੀ ਨੇ ਇੱਧਰੋਂ ਕੁੜਮ ਦੇਵੀ ਚੰਦ ਨੇ ਮਿਲ ਜੁਲ ਕੇ ਦੋਵਾਂ ਪੁੱਤਰ ਤੇ ਪੁੱਤਰੀ ਦਾ ਆਪੋ ਵਿੱਚ ਵਿਆਹ ਕਰ ਦਿੱਤਾ।
ਜਦੋਂ ਵਿਆਹ ਕੀਤਾ ਦੇਵੀ ਚੰਦ ਨੇ ਦਾਜ ਹੀ ਬਹੁਤ ਦਿੱਤਾ ਹੈ ਮਾਤਾ ਖੀਵੀ ਜੀ ਨੂੰ। ਦੇਖ ਜਮਾਤਾ ਆਨੰਦ ਭੀਨਾ, ਦੇਖ ਕੇ ਆਪਣੇ ਜਵਾਈ ਭਾਈ ਲਹਿਣਾ ਨੂੰ ਇਹ ਦੇਵੀ ਚੰਦ ਸਹੁਰਾ ਜੋ ਬੜਾ ਆਨੰਦ ਵਿੱਚ ਭਿੱਜ ਲੀਨ ਹੋ ਗਿਆ, ਮਸਤ ਹੋ ਗਿਆ ਹੈ। ਗਏ ਗ੍ਰਾਮ ਨਿਜ ਰਹੇ ਬਹਾਰੀ, ਗੁਰੂ ਮਹਾਰਾਜ ਨੇ ਖੀਵੀ ਦੇਵੀ ਚੰਦ ਦੀ ਲੜਕੀ ਨੂੰ ਭਾਈ ਲਹਿਣਾ ਰੂਪ ਵਿੱਚ ਵਿਆਹ ਕਰਕੇ ਆਪਣੇ ਜਿਹੜਾ ਨਗਰ ਹੈ ਮੱਤੇ ਦੀ ਸਰਾਂ ਮੁਕਤਸਰ ਦੇ ਕੋਲ ਇੱਥੇ ਟਿਕੇ ਰਹੇ ਹੈ। ਚੇਤਕ ਕਾਲ ਬੀਤਿਓ ਤਿਸ ਠਾਰੀ, ਕਿੰਨਾ ਸਮਾਂ ਹੀ ਉਸ ਥਾਂ ਮੱਤੇ ਦੀ ਸਰਾਂ ਜੋ ਨਾਂਗੇ ਦੀ ਸਰਾਂ ਵੀ ਅੱਜ ਕੱਲ੍ਹ ਕਹੀ ਜਾਂਦੀ ਹੈ ਉੱਥੇ ਲੰਘਾਇਆ ਬਿਤਾਇਆ ਹੈ। ਇੱਕ ਦਿਨ ਚੜੀ ਬਿਲੋਚਨ ਧਾਰੀ, ਇੱਕ ਦਿਨ ਦੀ ਗੱਲ ਹੈ ਕਿ ਬਲੋਚਾਂ ਦੀ ਧਾੜ ਪਾ ਡਾਕੂਆਂ ਦੀ ਧਾੜ ਚੜੀ ਹੈ ਇਸ ਮੱਤੇ ਦੀ ਸਰਾਂ ਨਗਰ ਤੇ। ਜੰਗਲ ਮਤੇ ਸਰਾਏ ਸੋ ਮਾਰੀ, ਜੋ ਜੰਗਲ ਮੱਤੇ ਦੀ ਸਰਾਂ ਹੈ ਮਾਲੇ ਵਿੱਚ ਮੱਤੇ ਦੀ ਸਰਾਂ ਇਹ ਨਗਰ ਹੈ ਉਹਨਾਂ ਬਲੋਚਾਂ ਦੀ ਧਾੜਨੇ ਨੂੰ ਜਾ ਮਾਰਿਆ, ਪਾਵੇ ਨੂੰ ਫਤਿਹ ਕਰ ਲਿਆ, ਇੱਥੇ ਜਾ ਕੇ ਡਾਕਾ ਕਰ ਦਿੱਤਾ ਹੈ। ਚਾਹੇ ਨਕੇਤ ਖੇਹ ਸੋ ਕੀਨਾ, ਇਸ ਸਾਰੇ ਨਗਰ ਨੂੰ ਢਾਹ ਕਰਕੇ ਜਿੰਨੇ ਘਰ ਹੈ ਉਹ ਢਾਹ ਢੂ ਕੇ ਥੇ ਕਰ ਦਿੱਤਾ, ਕੱਖ ਨਹੀਂ ਛੱਡਿਆ। ਬਾਹਰ ਨਾ ਕੋ ਬਸਨ ਦੀਨਾ, ਫਿਰ ਉਹਨਾਂ ਨੇ ਕਿਸੇ ਨੂੰ ਵਸਣ ਨਹੀਂ ਦਿੱਤਾ, ਜਿਹੜਾ ਕੋਈ ਕੋਸ਼ਿਸ਼ ਕੀਤੀ ਵਸਣ ਦੀ ਸਭ ਭਜਾਏ ਨਠਾਏ ਹੈ। ਸ੍ਰੀ ਲਹਿਣਾ ਤਪ ਤੇ ਤਜ ਗ੍ਰਾਮ, ਉਸ ਕਾ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਸੰਗਤ ਜੀ ਉਸ ਦਿਨ ਤੋਂ ਹੀ ਜਦੋਂ ਮੱਤੇ ਦੀ ਸਰਾਂ ਥੇ ਕਰ ਦਿੱਤੀ, ਜੋ ਸੋਭਾ ਵਾਲੇ ਸ਼੍ਰੋਮਣੀ ਪਾਵਨ ਪਵਿੱਤਰ ਭਾਈ ਲਹਿਣਾ ਜੀ ਹਨ ਮੱਤੇ ਦੀ ਸਰਾਂ ਨਗਰ ਨੂੰ ਛੱਡ ਕੇ ਆਨ ਖਡੂਰ ਦਿਖਾ ਕੀ ਧਮ, ਆਪਣੇ ਸਹੁਰੇ ਨਗਰ ਦੇਵੀ ਚੰਦ ਦੇ ਜਿਹੜੇ ਨਗਰ ਆ ਕੇ ਖਡੂਰ ਸਾਹਿਬ ਵਿਖੇ ਇੱਥੇ ਹੀ ਆਪਣਾ ਘਰ ਬਣਾ ਲੈਣਾ ਕੀਤਾ, ਇੱਥੇ ਆ ਕੇ ਨਿਵਾਸ ਕਰ ਲਿਆ ਹੈ। ਰਹੇ ਤਹਾਂ ਬਨ ਗਏ ਕਿਥਾਵਨਾ, ਕਿਥਾਵਨਾ ਉੱਥੇ ਫਿਰ ਮਾਰ ਖਡੂਰ ਸਾਹਿਬ ਹੀ ਰਹੇ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਰੂਪ ਵਿੱਚ ਵੀ ਕਿਸੇ ਹੋਰ ਥਾਂ ਨਹੀਂ ਗਏ। ਬਹੁਤ ਕੀਨਾ ਸਮਾਂ ਬਿਤਾਵਨਾ, ਬਹੁਤ ਸਮਾਂ ਐਵੇਂ ਲੰਘਾਉਣਾ ਕੀਤਾ ਖਡੂਰ ਸਾਹਿਬ ਵੀ। ਗ੍ਰਾਮ ਖਡੂਰ ਨਾਰ ਨਰ ਜੋ, ਖਡੂਰ ਨਗਰ ਦੇ ਜਿੰਨੇ ਵੀ ਮਾਈ ਭਾਈ ਸਨ ਰਹਿਣ ਵਾਲੇ ਲੋਕ ਸੇਵਕ ਦੁਰਗਾ ਕੇ ਸਭ ਸੋ, ਸਾਰੇ ਦੁਰਗਾ ਮਾਤਾ ਦੇ ਸੇਵਕ ਸਨ, ਵੈਸ਼ਨੋ ਦੇਵੀ ਨੂੰ ਹੀ ਮੰਨਦੇ ਸੀ। ਜਾਹੇ ਬਰਖਾ ਦਿਨ ਮਹਿ ਸ੍ਰੀ ਜਵਾਲਾ, ਇਹ ਜਵਾਲਾ ਨਾਮ ਦਾ ਟਿਕਾਣਾ ਹੈ ਕਾਂਗੜ ਜ਼ਿਲ੍ਹੇ ਵਿੱਚ ਹੈ। ਇੱਥੇ ਕਹਿੰਦੇ ਕੁਦਰਤੀ ਲਾਟ ਨਿਕਲ ਕੇ ਬਲਦੀ ਇੱਕ, ਅਤੇ ਜਿਹੜੇ ਹਿੰਦੂ ਲੋਕ ਦੇਵੀ ਸਮਝ ਕੇ ਲਾਟ ਨੂੰ ਪੂਜਦੇ ਆ, ਜਿਸ ਕਰਕੇ ਉਹਦਾ ਨਾਮ ਜਵਾਲਾ ਹੈ। ਅਤੇ ਵੈਸ਼ਨੋ ਦੇਵੀ ਦਾ ਮੰਦਿਰ ਇੱਥੇ ਕਾਂਗੜੇ ਵਿੱਚ, ਜਿੱਥੇ ਸਾਲ ਵਿੱਚ ਉਹ ਜਵਾਲਾ ਦਾ ਇੱਕ ਦਿਨ ਆਉਂਦਾ ਸੀ ਅਤੇ ਜਿਹੜਾ ਦੇਵੀ ਚੰਦ ਗੁਰੂ ਮਹਾਰਾਜ ਦਾ ਸਹੁਰਾ ਸੀ ਗੁਰੂ ਅੰਗਦ ਦੇਵ ਸਾਹਿਬ ਦਾ, ਇਹ ਹਰ ਸਾਲ ਹੀ ਜੱਥਾ ਲੈ ਕੇ ਉੱਥੇ ਜਾਂਦਾ ਹੁੰਦਾ ਸੀ। ਪਰਸ ਕਾਂਗੜੇ ਹਰਖ ਵਿਸਾਲਾ, ਇਹ ਸਾਰਾ ਜੱਥਾ ਖਡੂਰ ਸਾਹਿਬ ਦੇ ਲੋਕ ਦੇ ਕਾਂਗੜੇ ਵਿੱਚ ਜਵਾਲਾ ਦੁਰਗਾ ਵੈਸ਼ਨੋ ਦੀ ਪੂਜਾ ਬੜੀ ਖੁਸ਼ੀ ਨਾਲ ਹੀ ਕਰਦੇ, ਦੇ ਚਰਨ ਪਰਸਦੇ ਸਨ, ਨਾਲ ਹੀ ਅੱਗ ਦੀ ਲਾਟ ਵੇਖਦੇ, ਅਤੇ ਉੱਥੇ ਇਹ ਬੜੀ ਖੁਸ਼ੀ ਜਿਹੜਾ ਜਾਇਆ ਕਰਦੇ ਸਨ। ਲਹਿਣਾ ਸਭ ਮਹਿ ਮੁਖ ਹੋ ਜਾਈ, ਭਾਈ ਲਹਿਣਾ ਜੀ ਸਾਰਿਆਂ ਵਿੱਚ ਜਿਹੜੇ ਇਹਨਾਂ ਫਿਰ ਉਹ ਕੀ ਕਾ ਭਾਣਾ ਵਰਤਿਆ ਕਿ ਗੁਰੂ ਸਾਹਿਬ ਜੀ ਦਾ ਸਹੁਰਾ ਜਿਹੜਾ ਹਰ ਸਾਲ ਜਾਂਦਾ ਸੀ ਨਾ ਜੱਥਾ ਲੈ ਕੇ, ਜਿਵੇਂ ਆ ਹੋਲੇ ਮਹੱਲੇ 'ਤੇ ਵੀ ਕਈ ਪਹਾੜਾਂ ਵਾਲੇ 'ਤੇ ਜਾਂਦੇ ਵਡਭਾਗ ਸੋਂ, ਅਤੇ ਉਹ ਚੰਗਾ ਹੀ ਢੋਲ ਢਮੱਕਾ ਐਵੇਂ ਟਰੱਕ 'ਤੇ ਨਾਲ ਲੱਦਿਆ ਹੁੰਦਾ ਅਤੇ ਜਾਂਦੇ ਹੁੰਦੇ ਹਰ ਸਾਲ। ਇਸੇ ਤਰ੍ਹਾਂ ਗੁਰੂ ਕਾ ਜੋ ਸਹੁਰਾ ਸੀ ਉਹ ਵੀ ਇੱਥੇ ਵੈਸ਼ਨੋ 'ਤੇ ਜਾਂਦਾ ਸੀ, ਬੜਾ ਜੱਥਾ ਬਣਾ ਕੇ ਚੰਗੇ ਢੋਲ ਸਾਜ਼ਾਂ ਨਾਲ ਸਾਜ਼ਬਾਜ਼ ਜੱਥਾ ਲੈ ਕੇ, ਅਤੇ ਉਹ ਐਸਾ ਭਾਣਾ ਵਰਤਿਆ ਵੀ ਹਰ ਸਾਲ ਜਾਂਦੇ ਅਤੇ ਇਸ ਵਾਰ ਉਹ ਚੜ੍ਹਾਈ ਕਰ ਗਏ, ਸੱਚਖੰਡ ਗਮਨ ਕਰਕੇ ਚਲੇ ਗਏ, ਕਿਉਂਕਿ ਗੁਰੂ ਕੇ ਸਹੁਰੇ ਹੋਣ ਦੇ ਨਾਂ 'ਤੇ। ਉੱਦਾਂ ਸੱਚਖੰਡ ਕਿਹਨੇ ਜਾਣਾ ਹੈ।
ਮਹਾਰਾਜ ਜੀ ਉਹ ਫਿਰ ਉਹ ਜਦੋਂ ਸਰੀਰ ਛੱਡ ਗਏ ਤੇ ਜਦੋਂ ਸਰੀਰ ਛੱਡ ਗਏ ਤੇ ਹੁਣ ਜਿਹੜੇ ਖਡੂਰ ਸਾਹਿਬ ਦੇ ਲੋਕਾਂ ਨੂੰ ਜੱਥੇ ਵਿੱਚ ਜਾਂਦੇ ਸਨ ਨਾਲ, ਤੇ ਉਹ ਮਹਾਰਾਜ ਜੀ ਵੀ ਇਹਨਾਂ ਦੇ ਜਵਾਈ ਹੈ ਤੇ ਇਹਨਾਂ ਕੋਲ ਆ ਕੇ ਕਹਿੰਦੇ ਵੀ ਭਾਈ ਲਹਿਣਾ ਜੀ ਹੁਣ ਆਪਣੇ ਸਹੁਰੇ ਦੀ ਜਿਹੜੀ ਡਿਊਟੀ ਉਹ ਤੁਸੀਂ ਸੰਭਾਲੋ, ਭਾਵ ਹੁਣ ਤੁਸੀਂ ਅੱਗੇ ਲੱਗੋ ਹੋ ਕੇ, ਤੁਸੀਂ ਹੁਣ ਮੁਖੀ ਬਣ ਕੇ ਜੱਥਾ ਖੜਿਆ ਕਰੋ ਤੇ ਅਸੀਂ ਤੁਹਾਡੇ ਨਾਲ ਜਾਇਆ ਕਰਾਂਗੇ। ਤੇ ਮਹਾਰਾਜ ਜੀ ਨੂੰ ਜਦੋਂ ਇਵੇਂ ਕਿਹਾ, ਗੁਰੂ ਸਾਹਿਬ ਜੀ ਦਾ ਭਾਈ ਜੋਧ ਨਾਲ ਮਿਲਾਪ ਹੋਇਆ ਸੀ ਤੇ ਗੁਰੂ ਮਹਾਰਾਜ ਕਹਿਣ ਲੱਗੇ ਵੀ ਭਾਈ ਪਹਿਲਾਂ ਅਸਾਂ ਨੇ ਕਰਨਾ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ, ਜਿਨ੍ਹਾਂ ਦਾ ਜਸ ਵਡਿਆਈ ਬਹੁਤ ਸੁਣੀ ਹੈ, ਕਰਤਾਰਪੁਰ ਸਾਹਿਬ, ਉੱਥੇ ਦਰਸ਼ਨ ਕਰਾਂਗੇ, ਉੱਥੋਂ ਦਰਸ਼ਨ ਕਰਕੇ ਫਿਰ ਆਪਾਂ ਅੱਗੇ ਚੱਲਾਂਗੇ, ਜਿਵੇਂ ਹੋਊਗਾ ਉਵੇਂ ਕਰਾਂਗੇ। ਕਹਿੰਦੇ ਵੀ ਠੀਕ, ਚਲੋ ਜਿਵੇਂ ਤੁਸੀਂ ਕਹਿੰਦੇ, ਨਾਲ ਦੀ ਨਾਲ ਆਪਾਂ ਉੱਧਰ ਵੀ ਦਰਸ਼ਨ ਕਰਦੇ ਚਲੇ ਜਾਂਦੇ ਹਾਂ। ਇਵੇਂ ਉਹ ਗੱਲ ਹੋਈ ਸੀ, ਸਾਰੀ ਕਥਾ ਹੋਈ ਸੀ। ਲਹਿਣਾ ਵੀ ਭਾਈ ਲਹਿਣਾ ਜੀ ਸਾਰਿਆਂ ਵਿੱਚ ਹੁਣ ਤੁਸੀਂ ਮੁਖੀ ਹੋ ਕੇ ਜਾਓ, ਅੱਗੇ ਲੱਗੋ। ਇਸ ਬਿਦ ਕਰਹਾ ਨੇਮ ਸਦਾਈ। ਇਸ ਤਰ੍ਹਾਂ ਜਿਹੜਾ ਹਮੇਸ਼ਾ ਵਾਸਤੇ ਨੇਮ ਕਰ ਲਿਆ ਵੀ ਤੁਸਾਂ ਨੇ ਹੁਣ ਆਪਣੇ ਸਹੁਰੇ ਦੀ ਥਾਂ ਤੇ ਮੁਖੀ ਹੋ ਕੇ ਅੱਗੇ ਲੱਗ ਕੇ ਜਾਣਾ ਹੈ। ਏਕ ਸਿੱਖ ਸ੍ਰੀ ਨਾਨਕ ਕੇਰਾ। ਖਡੂਰ ਸਾਹਿਬ ਵਿੱਚ ਕਹਿੰਦੇ ਬਾਕੀ ਦੇ ਸਾਰੇ ਵੈਸ਼ਨੋ ਪੂਜਕੀ ਸਨ ਦੇਵੀ ਦੇ, ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਸੀ ਭਾਈ ਜੋਧ। ਰਹਾ ਖਡੂਰ ਜਿਸ ਪ੍ਰੇਮ ਕਨੇਰਾ। ਜਿਸ ਦਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬਹੁਤ ਸੱਚਾ ਸੁੱਚਾ ਪ੍ਰੇਮ ਸੀ, ਇਹ ਖਡੂਰ ਸਾਹਿਬ ਵਿੱਚ ਹੀ ਰਹਿੰਦਾ ਸੀ ਭਾਈ ਜੋਧ। ਪੜਿਆ ਸਦੀਵ ਗੁਰੂ ਕੀ ਬਾਣੀ। ਸਾਰੇ ਜਾਂਦੇ ਆ ਇੱਧਰ ਵੈਸ਼ਨੋ ਦੇਵੀ ਤੇ ਜਵਾਲਾ ਦੇ ਚਰਨ ਪਰਸਨ, ਪਰ ਕਹਿੰਦੇ ਇਹ ਕਿਤੇ ਨਹੀਂ ਸੀ ਜਾਂਦਾ। ਭਾਈ ਜੋਧ ਗੁਰੂ ਕੀ ਬਾਣੀ ਹਮੇਸ਼ਾ ਹੀ ਪੜ੍ਹਦਾ ਹੈ ਖਡੂਰ ਸਾਹਿਬ ਵਿੱਚ ਰਹਿ ਕੇ, ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ। ਸੇਵ ਆਨ ਕੀ ਹਿਰਦੇ ਨਾ ਆਨੀ। ਹੋਰ ਕਿਸੇ ਦੀ ਜਿਹੜੀ ਸੇਵਾ ਹੈ ਦੇਵੀ ਦੇਵਤੇ ਦੀ, ਕਿਸੇ ਲਾਲਾਂ ਵਾਲੀ ਦੀ ਹਿਰਦੇ ਵਿੱਚ ਬਿਲਕੁਲ ਨਹੀਂ ਸੀ ਲਿਆਉਂਦਾ। ਸਰਦਾ ਸ੍ਰੀ ਨਾਨਕ ਪਗ ਮਾਹੀ। ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਸ਼ਰਧਾ ਬਹੁਤ ਜ਼ਿਆਦਾ ਹੀ ਸੀ। ਪ੍ਰੇਮਾਨੰਦ ਰਹੇ ਨਿਤ ਤਾਹੀ। ਉਹ ਭਾਈ ਜੋਧ ਹਮੇਸ਼ਾ ਗੁਰੂ ਮਹਾਰਾਜ ਦੇ ਪ੍ਰੇਮ ਦੇ ਆਨੰਦ ਵਿੱਚ ਹੀ ਸਮਾਇਆ ਰਹਿੰਦਾ ਹਿਰਦੇ ਕਰਕੇ। ਏਕ ਦਿਵਸ ਮਹਿ ਏਕ ਮਨ ਹੋਈ। ਇੱਕ ਦਿਨ ਦੀ ਗੱਲ ਹੈ ਕਿ ਕਹਿੰਦੇ ਅੰਮ੍ਰਿਤ ਵੇਲੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜਿਆ ਪ੍ਰੇਮ ਯਤ ਸੋਈ। ਜਿਹੜਾ ਹੈ ਭਾਈ ਜੋਧ ਮਨ ਇਕਾਗਰ ਕਰਕੇ ਬੜੇ ਪ੍ਰੇਮ ਸਹਿਤ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਰਹੇ ਸਨ। ਕਈਆਂ ਦਾ ਕਹਿਣਾ ਵੀ ਆਸਾ ਦੀ ਵਾਰ ਹੀ ਪੜ੍ਹ ਰਹੇ ਸੀ ਉਸ ਵੇਲੇ। ਸੁਨੇ ਸ਼ਬਦ ਸ੍ਰੀ ਲਹਣੇ ਜਬ ਹੀ। ਜਦੋਂ ਗੁਰਬਾਣੀ ਪੜ੍ਹ ਰਹੇ ਪ੍ਰੇਮ ਦੇ ਸਹਿਤ ਉੱਚੀ ਉੱਚੀ ਤੇ ਸੋਭਾ ਵਾਲੇ ਸ਼੍ਰੋਮਣੀ ਪਾਵਨ ਪਵਿੱਤਰ ਭਾਈ ਲਹਿਣਾ ਜੀ ਨੇ ਜਦੋਂ ਗੁਰੂ ਕੀ ਬਾਣੀ ਦੇ ਸ਼ਬਦ ਸੁਣੇ ਹੈ, ਜਾਗਿਓ ਹਿਰਦੇ ਪ੍ਰੇਮ ਬਹੁਤਾ ਬਹੀ। ਤਦੋਂ ਹੀ ਕਹਿੰਦੇ ਬਹੁਤ ਜਿਹੜਾ ਪ੍ਰੇਮ ਹਿਰਦੇ ਵਿੱਚ ਜਾਗਿਆ ਹੈ। ਸਿੱਖ ਹਕਾਰਿਓ ਬੂਝਿਓ ਤਾਂ ਕੋ। ਉਹ ਜੋ ਸਿੱਖ ਭਾਈ ਜੋਧ ਆਸਾ ਦੀ ਵਾਰ ਜਾਂ ਗੁਰੂ ਕੀ ਬਾਣੀ ਦੇ ਸ਼ਬਦ ਅੰਮ੍ਰਿਤ ਵੇਲੇ ਪੜ੍ਹਦਾ ਸੀ, ਉਹਨੂੰ ਕੋਲ ਸੱਦਿਆ, ਬੁਲਾਇਆ ਤੇ ਪੁੱਛਿਆ ਪੜੋ ਸ਼ਬਦ ਤੁਮ ਜੋ ਪੜਤ ਸ਼ਬਦ ਕਹੋ ਕਾਂ ਕੋ। ਭਾਈ ਪਿਆਰੇ ਜੋ ਤੂੰ ਸ਼ਬਦ ਪੜ੍ਹਦਾ ਹੈ ਉਹ ਵੀ ਕਿਸ ਦੇ ਸ਼ਬਦ ਹਨ? ਸਿੱਖ ਕਹਿਓ ਗੁਰ ਨਾਨਕ ਮੇਰਾ। ਉਸ ਵੇਲੇ ਉਸ ਸਿੱਖ ਭਾਈ ਜੋਧ ਨੇ ਕਿਹਾ ਹੈ, ਭਾਈ ਲਹਿਣਾ ਜੀ ਜੋ ਮੇਰੇ ਗੁਰੂ ਹੈ ਨਾ ਉਹ ਸਤਿਗੁਰੂ ਨਾਨਕ ਦੇਵ ਮਹਾਰਾਜ, ਸਭ ਤੋਂ ਵੱਡਾ ਸਤਿਗੁਰੂ ਨਾਨਕ ਮੇਰਾ ਗੁਰੂ ਹੈ। ਪੜੋ ਸ਼ਬਦ ਤਿਨ ਕੋ ਮੈਂ ਚੇਰਾ। ਮੈਂ ਉਹਨਾਂ ਦਾ ਜਿਹੜਾ ਹਾਂ ਚੇਲਾ ਸੇਵਕ ਹਾਂ, ਉਹਨਾਂ ਦੀ ਗੁਰਬਾਣੀ ਦੇ ਸ਼ਬਦ ਪੜ੍ਹਦਾ। ਅਤੇ ਕਈ ਕਹਿੰਦੇ ਵੀ ਕਈਆਂ ਦਾ ਇਹ ਇਤਿਹਾਸ ਹੈ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਲਹਿਣਾ ਰੂ ਵਿੱਚ ਇੱਥੇ ਦੁਕਾਨ ਕਰਦੇ ਸਨ ਖਡੂਰ ਸਾਹਿਬ, ਅਤੇ ਉਸ ਵੇਲੇ ਭਾਈ ਜੋਧ ਸ਼ਬਦ ਪੜ੍ਹਦਾ ਪੜ੍ਹਦਾ ਸੌਦਾ ਲੈਣ ਆ ਗਿਆ ਅਤੇ ਉਹ ਸੌਦਾ ਲੈ ਰਿਹਾ ਸੀ ਅਤੇ ਨਾਲ ਸ਼ਬਦ ਪੜ੍ਹੀ ਜਾਵੇ। ਮਹਾਰਾਜ ਕਹਿੰਦੇ ਵੀ ਤੂੰ ਕਿਹਦੇ ਸ਼ਬਦ ਪੜ੍ਹਦਾ ਹੈ?
ਕਹਿੰਦੇ ਜੇ ਗੁਰੂ ਮਹਾਰਾਜ ਦੇ ਪੜ੍ਹਦਾ। ਇਵੇਂ ਕਈਆਂ ਦਾ ਕਹਿਣਾ, ਅਸਲ ਵਿੱਚ ਉਹ ਐਸੀ ਕੋਈ ਵਿਚਾਰ ਹੈ ਨਹੀਂ ਹੈ। ਇਹਦੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਸਨ, ਆਸਾ ਦੀ ਵਾਰ ਸਮਝ ਲਓ ਜਾਂ ਹੋਰ ਸ਼ਬਦ, ਤੇ ਗੁਰੂ ਮਹਾਰਾਜ ਨੇ ਉਹੀਓ ਸੁਣੇ ਸਨ ਅਤੇ ਪੁੱਛਿਆ ਸੀ ਵੀ ਇਹ ਜਿਨ੍ਹਾਂ ਦੇ ਸ਼ਬਦ ਪੜ੍ਹਦਾ ਭਾਈ ਉਹ ਕੌਣ ਹੈ, ਕਿਹਨਾਂ ਦੀ ਇਹ ਬਾਣੀ ਹੈ, ਤੂੰ ਦੱਸ। ਉਸ ਵੇਲੇ ਭਾਈ ਜੋਧ ਬੋਲਿਆ ਵੀ ਮੇਰੇ ਗੁਰੂ ਨਾਨਕ ਸਾਹਿਬ ਮੇਰੇ ਗੁਰੂ ਹੈ ਅਤੇ ਉਹਨਾਂ ਦਾ ਮੈਂ ਚੇਲਾ ਸਿੱਖ ਸੇਵਕ ਹਾਂ, ਉਹਨਾਂ ਦੀ ਬਾਣੀ ਦੇ ਸ਼ਬਦ ਪੜ੍ਹ ਰਿਹਾ ਹਾਂ। ਦੋਹਰਾ ਤਬ ਲਹਿਣੇ ਮਨ ਮੈਂ ਗਿਣੀ, ਤਦੋਂ ਹੀ ਭਾਈ ਲਹਿਣੇ ਜੀ ਨੇ ਮਨ ਵਿੱਚ ਗਿਣੀ ਵਿਚਾਰੀ ਹੈ। ਜਿਸ ਕੇ ਐਸੇ ਬਾਨਾ, ਕਿ ਜਿਸ ਗੁਰੂ ਮਹਾਰਾਜ ਦੇ ਐਸੇ ਸੱਚੇ ਸੁੱਚੇ ਗੁਰਬਾਣੀ ਰੂਪ ਵਿੱਚ ਬਚਨ ਹਨ ਮਹਾਨ। ਗੁਰੂ ਕਰੋ ਤਾਂ ਕੋ ਅਬੈ, ਵੀ ਮਨਾ ਹੈ ਹੁਣ ਮੈਂ ਉਸ ਨੂੰ ਹੀ ਆਪਣਾ ਕਿਉਂ ਨਾ ਗੁਰੂ ਕਰਾਂ। ਸੁਨਤ ਹੋਤ ਮਨ ਚਾਨਾ, ਜਿਨ੍ਹਾਂ ਗੁਰਾਂ ਦੇ ਬਚਨਾਂ ਨੂੰ ਬਾਣੀ ਨੂੰ ਸੁਣਦੇ ਮਨ ਨੂੰ ਚੈਨ ਸ਼ਾਂਤੀ ਹੁੰਦੀ ਹੈ। ਚੌਪਈ ਸੁਨਿਓ ਸ਼ਰਵਨ ਮਹਿ ਸੋ ਜਸ ਅਗਾਰੇ, ਕਿਉਂਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੇਸ਼ਟ ਜਸ ਵਡਿਆਈ ਮਹਿਮਾ ਹੈ ਉਹ ਆਪਣੇ ਸਰਵਣਾ ਕੰਨਾਂ ਵਿੱਚ ਪਹਿਲਾਂ ਵੀ ਬਹੁਤ ਸੁਣਿਆ ਹੈ। ਸ੍ਰੀ ਨਾਨਕ ਹੈ ਗਿਆਨ ਉਦਾਰੇ, ਜੋ ਗੁਰੂ ਨਾਨਕ ਸਾਹਿਬ ਜੀ ਉਹ ਪਰਮੇਸ਼ਰ ਰੂਪ ਹੈ, ਬ੍ਰਹਮ ਗਿਆਨ ਦੇ ਵਿੱਚ ਤੇ ਸਖੀ ਦਾਤੇ ਬੜੇ ਉਦਾਰ ਚਿੱਤ ਹਨ। ਹਮਾਰੇ ਗ੍ਰਾਮ ਪਰਵਿਰਤ ਨਾ ਆਹੀ, ਪਰ ਸਾਡਾ ਜੋ ਗ੍ਰਾਮ ਹੈ ਖਡੂਰ ਜਾਂ ਮੱਤੇ ਦੀ ਸਰਾਂ ਵੀ ਉਹ ਉਹਨਾਂ ਦੇ ਸਿਧਾਂਤ ਵਿੱਚ ਪ੍ਰਵਿਰਤ ਨਹੀਂ, ਉਹਨਾਂ ਗ੍ਰਹਿਣ ਨਹੀਂ ਕੀਤਾ ਹੈ। ਵੀ ਇੱਥੇ ਖਡੂਰ ਸਾਹਿਬ ਵਿੱਚ ਵੀ ਮਹਾਰਾਜ ਪ੍ਰਵਿਰਤ ਕਹੀਏ ਪ੍ਰਵੇਸ਼ ਨਹੀਂ ਹੋਏ, ਨਾ ਇੱਥੋਂ ਦੇ ਲੋਕ ਹੀ ਪ੍ਰਵਿਰਤ ਹੈ। ਸਾਡੇ ਨਗਰ ਖਡੂਰ ਸਾਹਿਬ, ਖਡੂਰ ਦੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਵਿੱਚ ਨਾ ਕੋਈ ਬਾਣੀ ਪੜ੍ਹਦਾ ਹੈ, ਨਾ ਕੋਈ ਉਹਨਾਂ ਨੂੰ ਜਿਹੜਾ ਹੈ ਇੱਥੇ ਕੋਈ ਮੰਤਾ ਪੂਜਣਾ ਵਾਲਾ। ਇਹ ਵੀ ਸਾਰੇ ਵੈਸ਼ਨੋ ਦੇ ਉਪਾਸਕ ਹਨ। ਹਮਰੇ ਗ੍ਰਾਮ ਪ੍ਰਵਿਰਤ ਨਾ ਆਹੀ, ਸਾਡੇ ਗ੍ਰਾਮ ਵਿੱਚ ਖਡੂਰ ਵਿੱਚ ਵੀ ਉਹਨਾਂ ਦੇ ਸਿਧਾਂਤ ਦੀ ਸਿੱਖੀ ਦੀ ਸਿੱਖ ਸੇਵਕੀ ਦੀ ਬਾਣੀ ਦੀ ਪ੍ਰਵਿਰਤੀ ਨਹੀਂ ਹੈ, ਕੋਈ ਉਹਨਾਂ ਦਾ ਐਸਾ ਸੇਵਕ ਨਹੀਂ ਹੈ। ਦਰਸ਼ਨ ਪਰਸ ਨਾ ਕੋ ਤਿਨ ਜਾਹੀ, ਨਾ ਕੋਈ ਉਹਨਾਂ ਦੇ ਦਰਸ਼ਨਾਂ ਨੂੰ ਪਰਸਣ, ਦਰਸ਼ਨ ਦੇਖਣ ਵਾਸਤੇ, ਚਰਨ ਪਰਸਣ ਵਾਸਤੇ ਤੇ ਉੱਥੇ ਖਡੂਰ ਤੋਂ ਜਾਂਦਾ ਹੈ। ਇੱਕੋ ਹੀ ਇੱਕ ਹੈ ਭਾਈ ਜੋਧ ਔਰ ਨ ਕਿਸ ਕੀ ਸੰਗਤ ਹੋਈ, ਕਿਉਂਕਿ ਖਡੂਰ ਦੇ ਲੋਕਾਂ ਨੂੰ ਕਿਸੇ ਸਿਆਣੇ ਪੁਰਸ਼ ਦੀ ਜਿਹੜੀ ਸੰਗਤ ਹੈ ਨਾ ਉਹ ਹੋਈ ਨਹੀਂ ਹੈ। ਜਾਤੇ ਪਿਖੋ ਜਾਏ ਗੁਰ ਸੋਈ, ਇਸ ਕਰਕੇ ਵੀ ਮੈਂ ਭਾਈ ਲਹਿਣਾ ਤੇ ਐਸੇ ਜੋ ਗੁਰੂ ਨਾਨਕ ਸਾਹਿਬ ਬੜੇ ਮਹਾਨ ਹੈ, ਜਿਨ੍ਹਾਂ ਦੀ ਬਾਣੀ ਐਸੀ ਰਸਮਈ ਹੈ, ਸ਼ਾਂਤੀ ਹੋ ਰਹੀ ਹੈ, ਰਸ ਆ ਰਿਹਾ ਹੈ, ਜਾ ਕੇ ਵੀ ਇਸ ਵਾਰ ਵੇਖਾਂਗਾ। ਸੁਨਿਆ ਸ਼ਬਦ ਇਨ ਸਿੱਖ ਜੋ ਬਖਾਨਿਓ, ਜੋ ਇਨ ਭਾਈ ਜੋਧ ਸਿੱਖ ਨੇ ਸ਼ਬਦ ਕਿਹਾ ਹੈ ਤੇ ਅਸਾਂ ਨੇ ਉਹ ਸ਼ਬਦ ਕੰਨਾਂ ਵਿੱਚ ਸੁਣਿਆ ਹੈ। ਦਰਸ ਕਰੋ ਮਨ ਬਾਹਰ ਲੁਭਾਨਿਓ, ਹੁਣ ਮੈਂ ਦਰਸ਼ਨ ਕਰਾਂਗਾ, ਮੇਰਾ ਮਨ ਉਸ ਉੱਪਰ ਬਹੁਤ ਲੁਭਾਏਮਾਨ ਹੋ ਰਿਹਾ। ਇਸ ਤਰ੍ਹਾਂ ਵੀ ਇਨ ਸਿੱਖ ਜੋ ਬਖਾਨਿਓ, ਇਹ ਕਵੀ ਸਾਹਿਬ ਜੀ ਕਹਿ ਰਹੇ ਵੀ ਇਸ ਸਿੱਖ ਭਾਈ ਜੋਧ ਨੇ ਜੋ ਸ਼ਬਦ ਕਿਹਾ ਗੁਰੂ ਅੰਗਦ ਦੇਵ ਸਿੰਘ ਭਾਈ ਲਹਿਣਾ ਰੂਪ ਵਿੱਚ ਸੁਣਿਆ ਹੈ, ਜਿਸ ਕਰਕੇ ਹੁਣ ਮਨ ਬਹੁਤ ਲੁਭਾਏਮਾਨ ਹੋਇਆ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗਾ। ਦੋਹਰਾ ਜਵਾਲਾ ਪਰਸਨ ਕੋ ਸਮਾ, ਫਿਰ ਐਵੇਂ ਵਿਚਾਰ ਹੀ ਰਹੇ ਮਨ 'ਚ ਵੀ ਜੋ ਜਵਾਲਾ ਹੈ ਉੱਥੇ ਆਪਾਂ ਕਾਂਗੜ ਵਿੱਚ ਜਾਣਾ ਹੈ ਦੁਰਗਾ ਤੇ ਮਹਾਰਾਜ ਕਦੀ ਗਏ ਨਹੀਂ ਸਨ। ਵਿਚਾਰ ਹੀ ਰਹੇ ਹੈ ਵੀ ਜੋ ਜਵਾਲਾ ਦੇ ਉੱਥੇ ਚਰਨ ਪਰਸਨ ਦਾ, ਉੱਥੇ ਪੂਜਣ ਦਾ ਸਮਾਂ ਵੀ ਨੇੜੇ ਹੀ ਆ ਗਿਆ ਹੈ। ਆਇਓ ਅਬ ਹੀ ਨੇਰਾ, ਉਹ ਵੀ ਹੁਣ ਸਮਾਂ ਦਿਨ ਨੇੜੇ ਹੀ ਆਇਆ ਹੈ। ਤਿਹ ਮਗ ਸਭ ਨਰ ਲਾ ਚੱਲਾ, ਜਿੱਧਰ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਆ ਉਸ ਰਸਤੇ 'ਤੇ ਮੈਂ ਸਾਰੇ
ਜੱਥੇ ਨੂੰ ਲੈ ਕੇ ਚੱਲਾਂਗਾ। ਲੇਵਾ ਦਰਸ਼ਨ ਹੇਰਾ ਤੇ ਜਾਂਦਿਆਂ ਜਾਂਦਿਆਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰ ਲਵਾਂਗਾ। ਤਬ ਤਿਹ ਸਿੱਖ ਕੇ ਪਾਸ ਤੇ ਜਦੋਂ ਕਹਿੰਦੇ ਉਸ ਸਿੱਖ ਦੇ ਪਾਸ ਤੋਂ ਭਾਵ ਕੋਲੋਂ ਭਾਈ ਜੋਧ ਤੋਂ ਸ਼ਬਦ ਕੰਠ ਕਰ ਲੀਨਾ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੋ ਉਸ ਵੇਲੇ ਭਾਈ ਲਹਿਣਾ ਜੀ ਸਨ, ਇਹ ਸ਼ਬਦ ਜਿਹੜੇ ਲਿਖ ਲਏ ਗੁਰਬਾਣੀ ਦੇ ਤੇ ਕੰਠ ਕਰ ਲਏ, ਕੰਠ ਹੀ ਪੜ੍ਹਨੇ ਸ਼ੁਰੂ ਕਰ ਦਿੱਤੇ ਐ। ਨਿਤਾ ਪ੍ਰਾਤ ਪੜ੍ਹੀ ਪ੍ਰੇਮ ਕਰ ਕਹਿੰਦੇ ਪ੍ਰੇਮ ਕਰਕੇ ਹਮੇਸ਼ਾ ਹੀ ਪੜ੍ਹਦੇ ਗੁਰਬਾਣੀ ਦੇ ਸ਼ਬਦ। ਉਪਜੇ ਭਾਉ ਨਵੀਨਾ ਤੇ ਜਿਹੜਾ ਰੋਜ਼ ਰੋਜ਼ ਨਿਤ ਨਵਾਂ ਪ੍ਰੇਮ ਪੈਦਾ ਹੁੰਦਾ ਹੈ, ਨਵੇਂ ਤੋਂ ਨਵਾਂ ਰੰਗ ਚੜ੍ਹ ਰਿਹਾ ਹੈ। ਚੌਪਈ ਮਿਲਨੇ ਕੀ ਅਬਲਾਖਾ ਐਸੇ। ਭਾਈ ਲਹਿਣਾ ਜੀ ਦੇ ਅੰਦਰ ਤੇ ਅਬਲਾਖਾ ਇੱਛਾ ਜਗਿਆਸਾ ਤੇ ਕਹਿੰਦੇ ਮਿਲਦੀ ਇਸ ਤਰ੍ਹਾਂ ਹੋ ਰਹੀ ਹੈ। ਮਦ ਕਰ ਖੋਜਤ ਪੁਛ ਕਰ ਜਾਸੇ। ਜਿਸ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਹੀ ਜਿਹੜਾ ਭੌਰਾ ਹੈ ਕਮਲ ਦੇ ਫੁੱਲ ਨੂੰ ਲੱਭਦਾ ਫਿਰਦਾ ਵੀ ਮੈਂ ਉਹਦੀ ਸੁਗੰਧੀ ਲੈ ਲਵਾਂ, ਲੱਡੂ ਹੋ ਜਾਵਾਂ। ਜਿਉ ਮ੍ਰਿਗ ਪਿਆਸੋ ਜਲ ਕੋ ਚਾਹੈ। ਜਿਵੇਂ ਪਿਆਸਾ ਮ੍ਰਿਗ ਹਿਰਨ ਜਲ ਦੀ ਚਾਹਨਾ ਇੱਛਾ ਕਰਦਾ ਤੇ ਉਹ ਉਡਾਰੀਆਂ ਮਾਰਦਾ ਫਿਰਦਾ ਮਾਰੂ ਥਲ ਤੇ ਪਾਣੀ ਦੇ ਪਿਆਸ ਕਰਕੇ। ਜਿਉ ਚਾਤ੍ਰਿਕ ਇੱਕ ਬੂੰਦ ਬਿਨਾ ਹੈ। ਜਿਉ ਚਾਤ੍ਰਿਕ ਬਬੀਹਾ ਇੱਕ ਬੂੰਦ ਸਵਾਂਤੀ ਵਾਸਤੇ ਬਿਨਾਹੇ ਬੇਨਤੀਆਂ ਕਰਦਾ ਵੀ ਹੇ ਪਰਮੇਸ਼ਰ ਵਰਸੋ ਕਿਰਪਾ ਧਾਰ, ਮੈਨੂੰ ਬੂੰਦ ਮੇਰੇ ਮੁਖ ਚ ਪਾ ਦੇ ਸਵਾਂਤੀ। ਦੇਵੀ ਪਰਸਨ ਦਿਨ ਪੁਨ ਆਇਓ। ਉਹ ਦੁਰਗਾ ਵੈਸ਼ਨੋ ਦੇਵੀ ਦੇ ਚਰਨ ਪਰਸਨ ਦਾ ਦਿਨ ਕਹਿੰਦੇ ਫਿਰ ਆ ਹੀ ਗਿਆ ਇੱਕ ਦਿਨ। ਸਭਨ ਲਿਜਾਵਨ ਮਨ ਠਹਿਰਾਇਓ। ਵੀ ਸਾਰਿਆਂ ਨੂੰ ਹੀ ਉੱਥੇ ਲੈ ਕੇ ਜਾਣਾ ਹੈ। ਚਲੋ ਸਭ ਨੇ ਕਿਹਾ ਵੀ ਜੱਥਾ ਬਣਾ ਕੇ ਅੱਗੇ ਲੱਗੋ, ਤੁਸੀਂ ਜਵਾਈ ਹੁੰਦੇ ਹੋ, ਚਲੋ ਵੀ ਸਾਰਿਆਂ ਨੂੰ ਲੈ ਕੇ ਉੱਥੇ ਜਾਣਾ ਹੈ। ਮਨ 'ਚ ਠਹਿਰਾਇਆ ਪੱਕਾ ਕੀਤਾ ਹੈ। ਅਧਿਕ ਭਏ ਨਰ ਲਹਣੇ ਸੰਗਾ। ਬਹੁਤ ਜਿਹੜੇ ਆ ਨਾ ਮਾਈ ਭਾਈ ਪੁਰਸ਼ ਖਡੂਰ ਤੋਂ ਨਗਰ ਤੋਂ ਭਾਈ ਲਹਿਣੇ ਦੇ ਨਾਲ ਹੋ ਗਏ, ਵੱਡਾ ਹੀ ਜੱਥਾ ਤੁਰ ਪਿਆ। ਗਮਨੇ ਜਵਾਲਾ ਸਹਤ ਮੰਗਾ। ਬੜੇ ਉਤਸ਼ਾਹ ਚਾਅ ਨਾਲ ਵੀ ਜਵਾਲਾ ਦੁਰਗਾ ਦੇ ਚਰਨ ਪਰਸਾਂਗੇ ਦੇ ਚੱਲ ਪਏ ਆ, ਢੋਲ ਢਮੱਕਾ ਵਜਾਉਂਦੇ। ਸਰਬ ਸੰਗ ਸੋ ਕਹਿਓ ਸੁਨਾਈ। ਸਾਰੇ ਸੰਗ ਜਿਹੜਾ ਸਾਥ ਲਿਆ ਨਾਲ ਜੱਥਾ, ਉਹਨਾਂ ਸਾਰਿਆਂ ਨੂੰ ਸੁਣਾ ਕੇ ਭਾਈ ਲਹਿਣਾ ਜੀ ਨੇ ਕਹਿਆ ਅਪਰ ਪੰਥ ਚੱਲ ਕੇ ਅਬ ਜਾਈ। ਕਹਿੰਦੇ ਵੀ ਜੋ ਮੇਰੇ ਸਹੁਰਾ ਜੀ ਭਾਈ ਜਾਂਦੇ ਸਨ, ਉਹ ਤੇਵੇਂ ਪਤਾ ਲੱਗਾ ਵੀ ਉਹ ਹੋਰ ਰਸਤੇ 'ਤੇ ਚੱਲ ਕੇ ਜਾਂਦੇ ਸਨ, ਆਪਾਂ ਨੇ ਵੀ ਹੋਰ ਰਸਤੇ ਚੱਲ ਕੇ ਜਾਣਾ ਹੈ। ਹੁਣ ਸ੍ਰੀ ਗੁਰੂ ਨਾਨਕ ਪੁਰਖ ਮਹਾਨਾ। ਉਹ ਕਿਹੜਾ ਰਸਤਾ ਵੀ ਜੋ ਗੁਰੂ ਨਾਨਕ ਸਾਹਿਬ ਜੀ ਮਹਾਨ ਅਕਾਲ ਪੁਰਖ ਸਰੂਪ ਹਨ। ਤਿਹ ਕੋ ਦਰਸ ਕਰੋ ਮਤਵਾਨਾ। ਇਹ ਬੁੱਧੀ ਵਾਲਿਓ, ਚੰਗੀ ਅਕਲ ਵਾਲੇ ਸਿਆਣਿਓ, ਜੱਥੇ ਵਾਲਿਓ, ਗੁਰੂ ਨਾਨਕ ਸਾਹਿਬ ਜੋ ਅਕਾਲ ਪੁਰਖ ਉਹਨਾਂ ਦਾ ਆਪਾਂ ਦਰਸ਼ਨ ਕਰਨਾ ਹੈ। ਇਸ ਕਰਕੇ ਆਪਾਂ ਹੋਰ ਰਸਤੇ ਚੱਲ ਕੇ ਜਾਣਾ, ਭਾਵ ਜਿੱਧਰ ਗੁਰੂ ਨਾਨਕ ਸਾਹਿਬ ਰਹਿੰਦੇ ਆਪਾਂ ਉਸ ਤਰਫ ਦੀ ਹੁੰਦਿਆਂ ਹੀ ਗਾਂ ਵੈਸ਼ਨੋ ਨੂੰ ਜਾਣਾ ਹੈ। ਇਹ ਮਗ ਜਾਵਨ ਫਲ ਸੋ ਵਿਸਾਲੇ। ਭਾਈ ਰਸਤੇ ਤੇ ਜਾਣਾ ਨਾ ਜੋ ਗੁਰੂ ਨਾਨਕ ਸਾਹਿਬ ਦੇ ਰਸਤੇ ਤੇ ਹੈ, ਉਸ ਰਸਤੇ ਜਾਣ ਦਾ ਬਹੁਤ ਤਕੜਾ ਹੀ ਫਲ ਹੈ। ਦਇਆ ਕੋ ਦਰਸ਼ਨ ਹੋਏ ਸੁਖਾਲੇ। ਸੁਖ ਦੇਣ ਵਾਲੇ ਬੜੇ ਸੌਖੇ ਦੋਵੇਂ ਤਰ੍ਹਾਂ ਦੇ ਦਰਸ਼ਨ ਹੀ ਹੋ ਜਾਣਗੇ। ਭਾਵੇਂ ਗੁਰੂ ਨਾਨਕ ਸਾਹਿਬ ਦੇ ਸਥਾਨ ਥਾਣੀ ਜਾਵਾਂਗੇ, ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰ ਲਵਾਂਗੇ, ਫਿਰ ਜਿੱਥੇ ਜੱਥਾ ਲੈ ਕੇ ਜਾਣਾ ਫਿਰ ਆਪਾਂ ਉੱਧਰ ਚਲੇ ਜਾਵਾਂਗੇ। ਇਉਂ ਸੁਣ ਕਰ ਬਹੁ ਸੰਗ ਸਿਧਾਰੇ। ਇਸ ਤਰ੍ਹਾਂ ਸੁਣ ਕਰਕੇ ਜਿਹੜੇ ਉਹ ਮਾਈ ਭਾਈ ਜਿੰਨੇ ਪੁਰਸ਼ ਚੱਲੇ ਸੰਗ ਵਾਲੇ ਚੱਲ ਪਏ। ਕਹਾ ਕੇ ਚਲੋ ਸੋ ਲਿਓ ਨਿਹਾਰੇ। ਉਹ ਕਹਿਣ ਲੱਗੇ ਵੀ ਚਲੋ ਭਾਈ ਲਹਿਣਾ ਜੀ, ਇਹ 'ਚ ਕਿਹੜੀ ਗੱਲ ਹੈ। ਚਲਦਿਆਂ
ਆਪਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਵੀ ਕਰ ਹੀ ਜਾਂਦੇ ਆ, ਦੇਖ ਹੀ ਲੈਂਦੇ ਆ। ਬਹੁਤ ਭੀਰ ਨਿਜ ਲੈ ਕਰ ਸੰਗਾ, ਬਹੁਤ ਹੀ ਭੀੜ ਆਪਣੇ ਨਾਲ ਲੈ ਕੇ ਖਡੂਰ ਨਗਰ ਤੋਂ ਗਮਨਿਓ ਲਹਿਣਾ ਭਾਗ ਤੰਗਾ, ਵੱਡੇ ਉੱਚੇ ਭਾਗਾਂ ਵਾਲੇ ਮਹਾਨ ਭਾਗਾਂ ਵਾਲੇ ਭਾਈ ਲਹਿਣਾ ਜੀ ਚੱਲ ਪਏ ਐ। ਕ੍ਰਮ ਕ੍ਰਮ ਸਗਰੋ ਮਾਰਗ ਸ਼ੋਰੀ, ਹੌਲੀ ਹੌਲੀ ਰਸਤਾ ਜਿਹੜਾ ਸਾਰਾ ਛੱਡਦੇ ਐ। ਪਹੁੰਚੇ ਪੁਰ ਕਰਤਾਰ ਠਾਰੀ, ਹੌਲੀ ਹੌਲੀ ਸਾਰਾ ਰਸਤਾ ਲੰਘੇ ਐ ਤੇ ਜੋ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਸਥਾਨ ਹੈ ਨਾ, ਉਸ ਥਾਂ ਪਹੁੰਚੇ ਜਿੱਥੇ ਕਰਤਾਰਪੁਰ ਕਰਤਾ ਵਸੇ, ਪਰਮੇਸ਼ਰ ਆਪ ਹੀ ਵਸ ਰਿਹਾ ਗੁਰੂ ਨਾਨਕ ਸਾਹਿਬ ਰੂਪ ਹੋ ਕੇ। ਵਹਿਰ ਤਿਸ਼ਟ ਇਕ ਮਨੁਜ ਬੁਝੇਰਾ, ਵਾਰ ਵਾਰ ਕਰਤਾਰਪੁਰ ਸਾਹਿਬ ਦੇ ਇੱਕ ਕੋਈ ਮਨੁੱਖ ਜਿਹੜਾ ਹੈ ਸੀ, ਉਸ ਕੋਲ ਖੜਿਆ ਹੋ ਕੇ ਭਾਈ ਲਹਿਣਾ ਜੀ ਨੇ ਪੁੱਛਿਆ, ਇਹ ਜੋ ਗ੍ਰਾਮ ਇਹ ਕਿਸ ਕੇਰਾ, ਉਸ ਖੜੋ ਕੇ ਇੱਕ ਮਨੁੱਖ ਨੂੰ ਪੁੱਛਿਆ ਵੀ ਇਹ ਜਿਹੜਾ ਨਗਰ ਸਾਹਮਣੇ ਦਿਸ ਰਿਹਾ ਵੀ ਕਿਸ ਦਾ ਹੈ, ਇਹ ਨਗਰ ਦਾ ਨਾਮ ਕੀ ਹੈ? ਕਹ ਸੋ ਨਰ ਜਗ ਗੁਰ ਗਤ ਦਾਈ, ਉਹ ਪੁਰਸ਼ ਮਨੁੱਖ ਕਹਿਣ ਲੱਗਾ ਵੀ ਜੋ ਜਗਤ ਦੇ ਗੁਰੂ ਹੈ ਤੇ ਮੁਕਤੀ ਦੇਣ ਵਾਲੇ ਹਨ ਗੁਰੂ ਨਾਨਕ ਸਾਹਿਬ। ਸ੍ਰੀ ਨਾਨਕ ਜੋ ਤਪਾ ਕਹਾਈ, ਜੋ ਐਸੇ ਹੈ ਗੁਰੂ ਨਾਨਕ ਸਾਹਿਬ ਜੀ ਜਿਹੜੇ ਗੁਰੂ ਨਾਨਕ ਤਪਾ ਕਰਕੇ ਵੀ ਨਾਮ ਕਹਾਉਂਦੇ ਐ। ਬਹੁ ਨਰ ਦੂਰ ਦੇਸ ਤੇ ਆਵਹ, ਇਹ ਭਾਈ ਬਹੁਤੇ ਨਰ ਲੋਕ ਜਿਹੜੇ ਨਾ ਸੰਗਤ ਰੂਪ ਵਿੱਚ ਦੇਸ਼ਾਂ ਵਿਦੇਸ਼ਾਂ ਨੂੰ ਇਕੱਠੇ ਹੋ ਕੇ ਆਉਂਦੇ ਇੱਥੇ ਕਰਤਾਰਪੁਰ। ਦਰਸ ਕਰਹ ਨਿਜ ਇੱਛ ਪੁਜਾਵਹ, ਗੁਰੂ ਨਾਨਕ ਸਾਹਿਬ ਤਪਾ ਜੀ ਦਾ ਦਰਸ਼ਨ ਕਰਦੇ ਆ, ਆਪਣੀਆਂ ਇੱਛਾ ਪੂਰੀਆਂ ਕਰਦੇ ਆ। ਨਿਜ ਉਪਦੇਸਿਓ ਜਗ ਮਹਿ ਨਾਮੋ, ਜਿਨ੍ਹਾਂ ਨੇ ਆਪਣਾ ਉਪਦੇਸ਼ ਸੰਸਾਰ ਵਿੱਚ ਨਾਮ ਆਪਣਾ ਉਪਦੇਸ਼ ਪ੍ਰਗਟ ਕੀਤਾ ਤੇ ਸਤਿਨਾਮ ਹੈ ਗੁਰੂ ਨਾਮ ਨੂੰ ਪ੍ਰਗਟ ਕੀਤਾ ਹੈ। ਜਾਂ ਨਿਜ ਦੀ ਥਾਂ ਜਿਨ ਪਾਠ ਹੈ ਵੀ ਜਿਨ੍ਹਾਂ ਨੇ ਆਪਣਾ ਉਪਦੇਸ਼ ਸੰਸਾਰ ਵਿੱਚ ਪ੍ਰਗਟ ਕੀਤਾ ਉਹ ਕੀ ਹੈ? ਵਾਹਿਗੁਰੂ ਨਾਮ। ਤਿਨ ਕੋ ਜਾਣ ਲਿਓ ਇਹ ਗ੍ਰਾਮੋ, ਉਹਨਾਂ ਦਾ ਵੀ ਤੂੰ ਇਹ ਗ੍ਰਾਮ ਨਗਰ ਜਾਣ ਲੈ, ਇਹਦਾ ਨਾਂ ਕਰਤਾਰਪੁਰ ਸਾਹਿਬ ਹੈ ਤੇ ਕਰਤਾ ਪੁਰਖ ਪਰਮਾਤਮਾ ਆਪ ਹੀ ਵਸ ਰਿਹਾ ਗੁਰੂ ਨਾਨਕ ਸਾਹਿਬ ਜੀ। ਸੁਨ ਲਹਣੇ ਕਾ ਸੰਗੀ ਕਹੇ, ਉਸ ਮਨੁੱਖ ਤੋਂ ਸੁਣ ਕੇ ਜੋ ਭਾਈ ਲਹਿਣੇ ਦੇ ਸੰਗੀ ਸਾਥੀ ਉਹ ਆਏ ਹੈ ਜੱਥੇ ਵਿੱਚ, ਉਹ ਕਹਿਣ ਲੱਗੇ, ਜਿਸ ਕੇ ਸ਼ਬਦ ਪੜਤ ਤੂੰ ਰਹੀ, ਕਹਿਣ ਲੱਗੇ ਭਾਈ ਲਹਿਣਾ ਜਿਸ ਗੁਰੂ ਨਾਨਕ ਸਾਹਿਬ ਦੇ ਤੂੰ ਸ਼ਬਦ ਪੜ੍ਹਦਾ ਰਹਿੰਦਾ ਹੈ, ਦਰਸ਼ਨ ਨਿਤ ਪ੍ਰਤ ਹਿਰਦੇ ਚਾਹਤ ਹੈ, ਤੇ ਹਮੇਸ਼ਾ ਜਿਨ੍ਹਾਂ ਦੇ ਦਰਸ਼ਨਾਂ ਨੂੰ ਤੂੰ ਨਿਤਾ ਪ੍ਰਤੀ ਚਾਹੁੰਦਾ ਰਹਿਣਾ ਵੀ ਮੈਂ ਅੱਜ ਦਰਸ਼ਨ ਕਰਾਂ, ਮੈਂ ਅੱਜ ਦਰਸ਼ਨ ਕਰਾਂ। ਸੋ ਸ੍ਰੀ ਨਾਨਕ ਇਹ ਬਸਤ ਹੈ, ਉਹ ਗੁਰੂ ਨਾਨਕ ਸਾਹਿਬ ਜੀ ਇੱਥੇ ਕਰਤਾਰਪੁਰ ਸਾਹਿਬ ਵਸਦੇ ਰੱਬ ਰੂਪ। ਸੁਨ ਹਰਖਿਓ ਨਹਿ ਅੰਗ ਸਮਾਵਹ, ਸੁਣ ਕੇ ਸਾਰਿਆਂ ਤੋਂ ਉਹ ਮਨੁੱਖ ਤੋਂ ਭਾਈ ਲਹਿਣਾ ਤੇ ਆਪਣੇ ਅੰਗਾਂ ਵਿੱਚ ਸਮਾਉਂਦਾ ਹੀ ਨਹੀਂ, ਇੰਨਾ ਖੁਸ਼ ਹੋਇਆ ਹੈ। ਜਿਉ ਕਿਰਪਨ ਕੋ ਧਨ ਬਹੁ ਪਾਵਹ, ਜਿਵੇਂ ਕਹਿੰਦੇ ਕੋਈ ਬੜਾ ਤਗੜਾ ਕੰਜੂਸ ਬਹੁਤਾ ਧਨ ਪਾ ਲੇ ਬੜਾ ਖੁਸ਼ ਹੁੰਦਾ ਹੈ, ਭਾਈ ਲਹਿਣਾ ਖੁਸ਼ ਪ੍ਰਸੰਨ ਹੋ ਰਿਹਾ ਹੈ। ਭਇਓ ਠਾਂਡੋ ਨਿਜ ਸਾਥ ਅਗਾਰੀ, ਉਸੇ ਵੇਲੇ ਆਪਣੇ ਜਿਹੜੇ ਸੰਗੀ ਸਾਥੀ ਜੱਥੇ ਵਿੱਚੋਂ ਅੱਗੇ ਜੇ ਹੋ ਕੇ ਭਾਈ ਲਹਿਣਾ ਖੜਾ ਹੋ ਗਿਆ, ਹੱਥ ਜੋੜ ਕੇ ਕਰਤਾਰਪੁਰ ਸਾਹਿਬ ਵੱਲ ਵੇਖ ਕੇ। ਸਭ ਹਿਨ ਸੋ ਅਸ ਗਿਰਾ ਉਚਾਰੀ, ਸਾਰਿਆਂ ਨੂੰ ਹੀ ਇਸ ਤਰ੍ਹਾਂ ਬਚਨ ਕਿਹਾ, ਦੋਹਰਾ ਠਹਰੋ ਇਹ ਠਾਂ ਤੁਮ ਸਭ, ਭਾਈ ਤੁਸੀਂ ਜੱਥੇ ਵਾਲਿਓ ਸਾਰੇ ਇਸੇ ਥਾਂ ਪਿੱਛੇ ਠਹਿਰੋ, ਰੁਕੋ, ਹਾਂ ਦਰਸ਼ਨ ਕਰ ਆਏ, ਮੈਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰਕੇ ਆ ਜਾਣਾ ਵਾ। ਬਹੁਰੋ ਡੇਰਾ ਕਰ ਮਿਲਾ, ਫਿਰ ਆਪਾਂ ਮਿਲ ਜੁਲ ਕੇ ਇੱਥੇ ਗੁਰੂ ਨਾਨਕ ਸਾਹਿਬ ਦਰਸ਼ਨ ਕਰਕੇ ਡੇਰਾ ਕਰ ਲਵਾਂਗੇ, ਇੱਥੇ ਟਿਕ ਜਾਵਾਂਗੇ ਅੱਜ ਦੀ ਰਾਤ। ਕਿਦੋਂ ਅਗਾਰੀ ਜਾਏ, ਜਾਂ ਵੀ ਜੇ ਕੋਈ ਮਿਲਿਆ ਨਾ ਜਾਂ ਮਿਲ ਪਿਆ ਕੋਈ ਆਓ ਭਗਤ ਨਾ ਕਿਤੇ ਪੁੱਛਿਆ ਕਿਸਿਆ ਨਾ, ਤੇ ਆਪਾਂ ਦਰਸ਼ਨ ਕਰਕੇ ਮਿਲ ਜੁਲ ਕੇ ਤੇ ਆਪਾਂ ਅੱਗੇ ਚਲੇ ਜਾਵਾਂਗੇ ਤੇ ਉੱਥੇ ਜਾ ਕੇ ਫਿਰ ਆਪਾਂ ਜਿਹੜਾ ਅਗਲਾ ਜਿਹੜਾ ਰਸਤਾ ਫੜ ਲਵਾਂਗੇ ਵੈਸ਼ਨੋ ਦੁਰਗਾ ਦਾ। ਹੁਣ ਤੁਸੀਂ ਇੱਥੇ ਠਹਿਰੋ, ਮੈਂ ਦਰਸ਼ਨ ਕਰ ਆਉਣਾ ਹਾਂ। ਐਵੇਂ ਭਾਈ ਲਹਿਣਾ ਜੀ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ, ਸਾਧ ਸੰਗਤ ਜੀ ਦਰਸ਼ਨਾਂ ਲਈ ਪਹੁੰਚੇ ਕਰਤਾਰਪੁਰ ਸਾਹਿਬ। ਜਿਵੇਂ ਗੁਰੂ ਸਾਹਿਬ ਜੀ ਅੱਗੋਂ ਆਓ ਭਗਤੀ
ਆਓ ਭਗਤ ਕਰਦੇ ਵੀ ਇਹ ਤਾਂ ਸਾਡਾ ਗੁਰਤਾ ਦਾ ਮਾਲਕ ਆ ਗਿਆ ਹੈ। ਉਹ ਜਿਵੇਂ ਮਹਾਰਾਜ ਸਤਿਕਾਰ ਨਾਲ ਲੈ ਕੇ ਜਾਣਗੇ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਇਸ ਤਰ੍ਹਾਂ ਜਿਹੜੇ ਕੋਈ ਢਾਡੀ ਢੂਡੀ ਹੈਗੇ ਹੈ ਜਾਂ ਕੋਈ ਹੋਰ ਪ੍ਰਚਾਰਕ, ਉਹ ਤਾਂ ਇਹੀ ਕਥਾ ਕਰਕੇ ਸੁਣਾਉਂਦੇ ਵੀ ਹਰ ਸਾਲ ਹੀ ਭਾਈ ਲਹਿਣਾ ਜੀ ਜਿਹੜੇ ਹੈ ਜਾਂਦੇ ਰਹੇ ਵੈਸ਼ਨੋ ਦੇਵੀ, ਅਤੇ ਇਸ ਵਾਰ ਉਹਨਾਂ ਨੇ ਇੱਧਰ ਧਿਆਨ ਹੋ ਕੇ ਅਤੇ ਇੱਧਰ ਆ ਗਏ। ਐਸਾ ਨਹੀਂ ਹੈ। ਉਹ ਤਾਂ ਭਾਈ ਜੋਧ ਅਤੇ ਭਾਈ ਲਹਿਣਾ ਜੀ ਤੋਂ ਆਉਣ ਤੋਂ ਪਹਿਲਾਂ ਹੀ ਵਸਦੇ ਸਨ ਖਡੂਰ ਸਾਹਿਬ ਵਿਖੇ। ਉਹਨਾਂ ਨਾਲ ਹੀ ਜਦੋਂ ਭੇਟ ਹੋਈ, ਮਿੱਤਰਤਾ ਹੋਈ ਹੈ, ਸ਼ਬਦ ਸੁਣੇ ਹੈ, ਕਿ ਨੇੜੇ ਘਰ ਸੀ, ਅਤੇ ਇਹ ਕੁਝ ਸੁਣ ਕੇ ਉਦੋਂ ਪ੍ਰੇਮ ਵੱਜ ਗਿਆ ਹੈ। ਅਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ, ਅਤੇ ਫਿਰ ਉਸ ਦਿਨ ਤੋਂ ਹੀ ਜਿਹੜਾ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ। ਬਸ ਇਹੀ ਉਡੀਕ ਸੀ ਵੀ ਜਾਣਾ ਵਾ ਜਥਾ ਲੈ ਕੇ, ਅਤੇ ਹੁਣ ਉਹਦੀ ਜਦੋਂ ਜਿਵੇਂ ਕਹਿੰਦੇ ਵੀ ਉੱਧਰ ਹੀ ਜਾਣਾ, ਆਪਾਂ ਉੱਧਰ ਨਹੀਂ ਜਾਣਾ, ਆਪਾਂ ਪਹਿਲਾਂ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਕਰਨੇ ਆ। ਜੇ ਉੱਥੇ ਮਨ ਮੰਨੇਗਾ ਤਾਂ ਠੀਕ ਹੈ, ਨਹੀਂ ਤਾਂ ਫਿਰ ਦੁਰਗਾ ਦੇ ਚਲੇ ਜਾਵਾਂਗੇ। ਅਤੇ ਗੁਰੂ ਮਹਾਰਾਜ 'ਤੇ ਪੈਂਦਿਆਂ ਲੈਂਦੇ ਇੱਥੇ ਕਰਤਾਰਪੁਰ ਸਾਹਿਬ ਆ ਗਏ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਅਤੇ ਉੱਥੇ ਹੀ ਸੁੱਧ ਬੁੱਧ ਭੁੱਲ ਗਈ ਹੈ, ਅਤੇ ਫਿਰ ਉੱਥੇ ਰਹੇ ਆ, ਕਿਤੇ ਨਹੀਂ ਮਹਾਰਾਜ ਗਏ। ਇਵੇਂ ਜਿਹੜਾ ਸਾਧ ਸੰਗਤ ਜੋ ਪ੍ਰਸੰਗ ਜਿਹੜਾ ਹੋਇਆ ਸੀ ਕਿ ਦਰਸ਼ਨ ਕਰਕੇ, ਦਰਸ਼ਨ ਕਰਦੇ ਸੁੱਧ ਬੁੱਧ ਭੁੱਲ ਗਈ। ਦਰਸ਼ਨ ਦੇਖਤੀ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਉਹ ਅਵਸਥਾ ਹੋਈ ਸੀ। ਦਰਸ਼ਨ ਦੇਖ ਕੇ ਨਿਹਾਲ ਹੋਏ ਸਨ, ਅਤੇ ਇੱਥੇ ਹੀ ਫਿਰ ਗੁਰੂ ਮਹਾਰਾਜ ਵਾਲੇ ਹੋ ਕੇ ਰਹਿ ਗਏ ਸਨ। ਔਰ ਇਹਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਠਹਿਰੋ ਏਠਾ ਤੁਮ ਸਭ ਹੋ ਦਰਸ਼ਨ ਕਰ ਆਏ, ਬਹਰੋ ਡੇਰਾ ਕਰਾਂ ਮਿਲ, ਕਿਦੋਂ ਅਗਾਰੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।